ਮਿੱਤਰ ਸੈਨ ਮੀਤ ਦੇ ਕਹਾਣੀ ਸੰਗ੍ਰਹਿ ਲਾਮ ਦੀ ਅਗਲੀ ਕਹਾਣੀ ਹੈ ਨੀਲਕੰਠ। ਦੂਸਰਾ ਦਿਨ ਵੀ ਆਖਰੀ ਸਾਹਾਂ ਤੇ ਆ ਗਿਆ। ਮਾਰੂਥਲ ਵਾਂਗ ਤਪਦਾ ਮਨ ਤਪਦਾ ਹੀ ਜਾ ਰਿਹਾ ਹੈ। ਕੀ ਕਰੇ ਵਿਚਾਰਾ। ਮੁਹੱਬਤ ਦੀਆਂ ਠੰਡਕਾਂ ਵੰਡਦੀ ਸੁਮਿਦਾ ਦੀ ਇੱਕ ਵੀ ਨਜ਼ਰ ਹਾਲੇ ਤੱਕ ਉਹਨੂੰ ਨਸੀਬ ਨਹੀਂ ਹੋਈ। ਜਿਉਂ-ਜਿਉਂ ਸਮਾਂ ਸਕਿੰਟ ਕਰਕੇ ਹੱਥੋਂ ਕਿਰ ਰਿਹਾ ਹੈ, ਤਿਉਂ-ਤਿਉਂ ਮੇਰਾ ਮਨ ਵੀ ਲਹੂ ਲੁਹਾਨ ਹੁੰਦਾ ਜਾ ਰਿਹਾ ਹੈ। ਉੱਠਦੀ ਬੈਠਦੀ ਨੱਚਦੀ ਟੱਪਦੀ ਹਰ ਵਕਤ ਮੇਰੀਆਂ ਅੱਖਾਂ 'ਚ ਅੱਖਾਂ ਪਾਈ ਰੱਖਣ ਵਾਲੀ ਸੁਮਿਦਾ ਪਹਾੜ ਜਿੱਡੇ 2 ਦਿਨ ਪਿੱਠ ਵਿਖਾ ਕੇ ਕੱਢ ਦੇਵੇ, ਇਹ ਸ਼ੁਭ ਸ਼ਗਨ ਥੋੜਾ ਸੀ। ਮੇਰਾ ਮੱਥਾ ਤਾਂ 3 ਦਿਨ ਪਹਿਲਾਂ ਆਈ ਚਿੱਠੀ ਪੜ੍ਹ ਕੇ ਠਣਕ ਗਿਆ ਸੀ। ਪਹਿਲੀ ਵਾਰ ਉਹਨੇ ਮਿਲਣ ਤੋਂ ਮਜਬੂਰੀ ਜ਼ਾਹਰ ਕੀਤੀ ਸੀ, ਨਹੀਂ ਤਾਂ ਮਿਲਣ ਵਾਸਤੇ ਪਾਉਂਦੀਆਂ ਉਹਦੀਆਂ ਚਿੱਠੀਆਂ ਹੀ ਮੇਰੇ ਪਾਣੀ ਵਾਂਗ ਟਿਕੇ ਮਨ ਅੰਦਰ ਪੱਥਰ ਸੁੱਟ ਕੇ ਲਹਿਰਾਂ ਪੈਦਾ ਕਰਦੀਆਂ ਸਨ। ਬਿਰਹਾ ਦੀ ਅੱਗ 'ਚ ਸੜਦੀ ਸੁਮਿਦਾ ਦੇ ਦਿਲ ਦੀਆਂ ਗਹਿਰਾਈਆਂ ਵਿੱਚੋਂ ਉੱਠਦੀਆਂ ਤਰਾਟਾਂ ਨੂੰ ਬਿਆਨ ਦੀਆਂ ਕਵਿਤਾ ਵਰਗੀਆਂ ਚਿੱਠੀਆਂ ਮੇਰੇ ਮਨ ਅੰਦਰ ਧੂੜਾਂ ਪੁੱਟ ਦਿੰਦੀਆਂ। ਹਰ ਸਤਰ ਵਿੱਚ ਆਪਣੀ ਖੁਸ਼ ਨਸੀਬੀ ਦੀਆਂ ਬੁਲੰਦੀਆਂ ਦੀ ਝਲਕ ਦੇਖਦਾ ਪਿਆਰੀਆਂ ਨਿੱਕੀਆਂ ਬਾਹਾਂ 'ਚ ਸਿਮਟਣ ਦੀ ਕਲਪਨਾ ਕਰਦਾ ਮੈਂ ਇੱਕ ਪਲ ਨੂੰ ਇੱਕ ਯੁੱਗ ਵਾਂਗ ਹੰਡਾਉਣ ਲੱਗਦਾ। ਨਾਜ਼ੁਕ ਜਿਹੀ ਸੁਮਿਦਾ ਜੋ ਪੂਰੇ 5 ਸਾਲ ਮੇਰੇ ਜ਼ਿਹਨ ਤੇ ਛਾਈ ਰਹੀ ਹੋਵੇ, ਉਹਦੀ ਬੇਰੁਖੀ ਕਿਵੇਂ ਸਹਾਰਾ। ਉਹਦੇ ਧੜਕਦੇ ਦਿਲ ਵਿੱਚੋਂ ਉੱਠਦੀਆਂ ਮਧੁਰ ਤਰੰਗਾਂ ਤੇ ਸੰਗੀਤਮਈ ਸੁਰਾਂ ਨੂੰ ਸੁਣ ਮੇਰਾ ਪੂਰਨ ਜੀਵਨ ਪੂਰਨਤਾ ਵੱਲ ਵਧਿਆ। ਵਿਦਰੋਹੀ ਹੋ ਕੇ ਬਲਦੇ ਸੜਦੇ ਮੇਰੇ ਮਨ ਨੂੰ ਉਹਦੀਆਂ ਪਲਕਾਂ ਦੀਆਂ ਛਾਵਾਂ ਤੋਂ ਠੰਡਕ ਮਿਲੀ। ਉਹਦੀਆਂ ਪਿਆਰ ਛੋਹਾਂ ਨੇ ਠੰਡੀਆਂ ਕਣੀਆਂ ਵਾਂਗ ਉਹਦੀ ਮੈਲ ਨੂੰ ਧੋ ਕੇ ਨਿਰਮਲ ਬਣਾਇਆ। ਸੋਚਾਂ ਦੀਆਂ ਕਾਲਖਾਂ ਕਿਧਰੇ ਉਡਾਰੀ ਮਾਰ ਗਈਆਂ। ਦੁਨੀਆ ਦੀਆਂ ਰੰਗੀਨੀਆਂ ਦੇ ਦਰਸ਼ਨ ਕਰਾਉਣ ਵਾਲੀ ਇਹ ਸੁਮਿਦਾ ਹੀ ਤਾਂ ਹੈ। ਉਸ ਕੋਲ ਹੁਣ ਮੇਰੇ ਲਈ ਸਮਾਂ ਨਹੀਂ ਰਿਹਾ। ਉਹ ਮੇਲ ਵੱਲ ਤੱਕਦੀ ਕਿਉਂ ਨਹੀਂ? ਇਹ ਸਵਾਲ ਪਿੱਛਾ ਨਹੀਂ ਛੱਡ ਰਹੇ। ਮੈਂ ਦੇਖ ਰਿਹਾ ਆਪਣੇ ਨਵੇਂ ਜੀਜੇ ਉੱਪਰ ਲੱਟੂ ਹੈ। ਆਨੇ ਬਹਾਨੇ ਉਸ ਕੋਲ ਜਾ ਬੈਠਦੀ ਹੈ। ਉਹਦੀਆਂ ਅੱਖਾਂ 'ਚ ਉਸੇ ਤਰ੍ਹਾਂ ਤੱਕਦੀ ਹੈ ਜਿਵੇਂ ਕਦੇ ਮੇਰੀਆਂ ਅੱਖਾਂ 'ਚ ਤੱਕਦੀ ਹੁੰਦੀ ਸੀ। ਮੇਰੇ ਸੀਨੇ ਤੇ ਸੱਪ ਲੇਟ ਰਹੇ ਹਨ। ਮੇਰਾ ਜੀਅ ਕਰਦਾ ਮੈਂ ਹੁਣੇ ਵਾਪਸ ਉਡਾਰੀ ਮਾਰ ਜਾਵਾਂ, ਪਰ ਭਾਈ ਸਾਹਿਬ ਦੀ ਲਾਈ ਡਿਊਟੀ ਹਾਲੇ ਪੂਰੀ ਨਹੀਂ ਹੋਈ। ਜਿੰਨਾ ਚਿਰ ਘਰ 'ਚ ਚੱਲਦਾ ਫੰਕਸ਼ਨ ਮੁੱਕ ਨਹੀਂ ਜਾਂਦਾ ਮੈਂ ਨਹੀਂ ਜਾ ਸਕਦਾ। ਮੈਨੂੰ ਭਾਈ ਸਾਹਿਬ ਤੇ ਗੁੱਸਾ ਆ ਰਿਹਾ। ਉਹਨਾਂ ਨੇ ਮੈਨੂੰ ਇਸ ਝੰਜਟ 'ਚ ਫਸਾਇਆ। ਸੁਮਿਦਾ ਉਹਨਾਂ ਦੀ ਸਾਲੀ ਹੈ। ਜਦੋਂ ਉਹਨਾਂ ਦਾ ਵਿਆਹ ਹੋਇਆ 10ਵੀਂ 'ਚ ਪੜ੍ਹਦੀ ਸੀ। 1-2 ਵਾਰ ਇੱਥੇ ਆਇਆ। ਮੈਂ ਥੋੜਾ ਇਸ ਬਾਰੇ ਸੋਚਣ ਲੱਗਿਆ ਸੀ। ਪੈਂਟ ਕਮੀਜ਼ 'ਚ ਦਬਕਦੀ ਛੋਟੀਆਂ 2 ਗੁੱਤਾਂ ਨੂੰ ਛਾਤੀਆਂ ਉੱਤੇ ਨਚਾਉਂਦੀ ਏ ਬੁਲਬੁਲ ਮੇਰੇ ਜ਼ਹਿਨ ਦੀ ਕਿਸੇ ਨੁਕਰੇ ਆਲਣਾ ਬਣਾ ਗਈ। 2-3 ਸਾਲ ਮੈਂ ਉਹਦੀਆਂ ਗੁੱਤਾਂ ਤੋਂ ਵੱਧ ਕਦੇ ਵੀ ਨਾ ਸੋਚ ਸਕਿਆ, ਪਰ ਜਦੋਂ ਸਾਡੇ ਨਾਲ ਹਰਿਦੁਆਰ ਗਈ ਤਾਂ ਇੱਕਦਮ ਮੇਰੇ ਜ਼ਹਿਨ ਤੇ ਛਾ ਗਈ। ਭਾਈ ਸਾਹਿਬ ਭਾਬੀ 'ਚ ਉਲਝੇ ਰਹਿੰਦੇ ਤੇ ਮੈਂ ਸੁਮਿਦਾ 'ਚ ਗੁਆਚ ਗਿਆ। ਗੰਗਾ ਦੀਆਂ ਠੰਡੀਆਂ ਲਹਿਰਾਂ ਨੇ ਸਾਡੇ ਸਰੀਰਾਂ ਨੂੰ ਤਪਸ਼ ਬਖਸ਼ੀ। ਆਨੇ ਬਹਾਨੇ ਮੈਂ ਉਹਦਾ ਹੱਥ ਫੜਦਾ, ਉਹ ਗੰਗਾ 'ਚ ਡੁਬਕੀਆਂ ਲਾਉਂਦੀ। ਜਦੋਂ ਬਾਹਰ ਨਿਕਲਦੀ ਮੇਰੀ ਹਿੱਕ ਨਾਲ ਚੰਬੜੀ ਹੁੰਦੀ। ਉਹਦੇ ਸਰੀਰ ਨੂੰ ਛੋਹ ਕੇ ਆਏ ਪਾਣੀ ਨੂੰ ਮੈਂ ਅੰਮ੍ਰਿਤ ਸਮਝ ਕੇ ਪੀਂਦਾ। ਗੰਗਾ ਦੀਆਂ ਲਹਿਰਾਂ 'ਚ ਗੁਆਚੇ ਸਾਡੇ ਦਿਲਾਂ ਦੀ ਅਦਲਾ ਬਦਲੀ ਹੋ ਗਈ। ਕਈ ਦਿਨ ਗੰਗਾ ਕਿਨਾਰੇ ਬੈਠ ਕੇ ਜ਼ਿੰਦਗੀ ਭਰ ਸਾਥ ਨਿਭਾਉਣ ਦੇ ਵਾਅਦੇ ਹੋਏ। ਕਦੇ ਬਾਹਾਂ 'ਚ ਬਾਹਾਂ ਪਾ ਕੇ ਅਮਰ ਆਸ਼ਰਮ ਤੱਕ ਸੈਰ ਕਰਨ ਗਏ ਅਸੀਂ। ਕਲਪਨਾ ਦੇ ਘੋੜਿਆਂ ਤੇ ਸਵਾਰ 7 ਅਸਮਾਨੀ ਜਾ ਚੜ੍ਹਦੇ ਤੇ ਕਦੇ ਸੁਰੰਗ ਦੇ ਹਨੇਰੇ ਦਾ ਫਾਇਦਾ ਉਠਾ ਕੇ ਸਾਡੇ ਜਲਦੇ ਹੋਠ ਠੰਡਕ ਦੀ ਤਲਾਸ਼ 'ਚ ਇੱਕ ਦੂਜੇ ਦੇ ਹੋਠਾਂ ਨਾਲ ਚਿਪਕ ਜਾਂਦੇ। ਵਾਪਸ ਆਏ ਨੂੰ ਮੈਨੂੰ ਲੱਗਿਆ ਮੇਰਾ ਸਭ ਕੁਝ ਹਰਿਦੁਆਰ ਹੀ ਰਹਿ ਗਿਆ। ਕਈ ਵਾਰ ਮਨ ਮਚਲਿਆ ਹਰਿਦੁਆਰ ਵਾਲੀ ਗੱਡੀ ਇਕੱਲਾ ਹੀ ਚੜ ਜਾਵਾਂ। ਗੰਗਾ ਦੀ ਰੂਹ ਤਾਂ ਸੁਮਿਦਾ ਚੁਰਾ ਲਿਆਈ ਹੈ, ਉਸ ਬਿਨਾਂ ਉੱਥੇ ਕੀ ਹੈ। ਉਨੀ ਦਿਨੀ ਮੇਰੀ ਪੋਸਟਿੰਗ ਸੁਮਿਦਾ ਦੇ ਸ਼ਹਿਰੋਂ ਕੋਈ ਬਹੁਤੀ ਦੂਰ ਨਹੀਂ ਸੀ। ਪੋਸਟਿੰਗ ਵਾਲੇ ਸ਼ਹਿਰ ਤੋਂ ਪਿੰਡ ਪਹੁੰਚਣ ਲਈ ਉਹਦੇ ਸ਼ਹਿਰ ਵਿੱਚ ਦੀ ਗੁਜ਼ਰਨਾ ਪੈਂਦਾ ਸੀ। ਉਹਦੇ ਸ਼ਹਿਰ ਪੁੱਜ ਕੇ ਮੇਰੇ ਪੈਰ ਜਕੜੇ ਜਾਂਦੇ। ਆਨੇ ਬਹਾਨੇ ਮੈਂ ਸੁਮਿਦਾ ਨੂੰ ਫੋਨ ਕਰਦਾ ਜਾਂ ਰੁਕਣ ਦਾ ਬਹਾਨਾ ਲੱਭ ਕੇ ਰੁਕੀ ਜਾਂਦਾ। ਮੇਰਾ ਸੰਗਾਊ ਸੁਭਾਅ ਉਹਦੇ ਘਰਦਿਆਂ ਦਾ ਦਿਲ ਜਿੱਤਣ ਲਈ ਕਾਫੀ ਸੀ। ਫਿਰ ਮੈਂ ਕਿਹੜਾ ਕੋਈ ਬਗਾਨਾ ਸੀ, ਉਹਨਾਂ ਦੇ ਜੁਆਈ ਦਾ ਸਕਾ ਭਰਾ ਸੀ। ਮੇਰੀ ਪ੍ਰਾਹੁਣਚਾਰੀ ਦੀ ਸਾਰੀ ਜ਼ਿੰਮੇਵਾਰੀ ਸੁਮਿਦਾ ਆਪਣੇ ਹੱਥ ਵਿੱਚ ਲੈ ਲੈਂਦੀ। ਰੋਟੀ ਖਵਾਉਣ ਲਈ ਮੈਨੂੰ ਆਪਣੇ ਕੋਲ ਹੀ ਬਹਾ ਲੈਂਦੀ। ਨਿੱਕੇ ਹੱਥਾਂ 'ਚ ਨੱਚਦੀਆਂ ਛੋਟੀਆਂ ਰੋਟੀਆਂ 'ਚੋਂ ਨਿਕਲਦੀਆਂ ਕਿਸੇ ਅਮਰ ਗੀਤ ਦੀਆਂ ਧੁਨਾਂ ਮੇਰੇ ਕੰਨਾਂ 'ਚ ਸ਼ਹਿਦ ਘੋਲਦੀਆਂ। ਮੈਂ ਉਹਦੀਆਂ ਸਮੁੰਦਰ ਵਰਗੀਆਂ ਅੱਖਾਂ 'ਚ ਗੁਆਚ ਜਾਂਦਾ। ਮੈਨੂੰ ਇਸ ਤਰ੍ਹਾਂ ਤੱਕਦਾ ਵੇਖ ਉਹ ਲਾਲਸੂਈ ਹੋ ਜਾਂਦੀ। ਕਦੇ ਉਹਦੀ ਰੋਟੀ ਮੱਚ ਜਾਂਦੀ, ਕਦੇ ਬੁਰਕੀ ਸਮਝ ਕੇ ਮੈਂ ਉਂਗਲੀ ਚੱਬ ਜਾਂਦਾ। ਹਾਸਾ ਠੱਠਾ ਹੁੰਦਾ। ਸਾਡੀ ਖਾਮੋਸ਼ੀ ਅੱਖਾਂ ਹਜ਼ਾਰਾਂ ਵਾਅਦੇ ਕਰਦੀਆਂ। ਜਿੰਨਾ ਚਿਰ ਮੈਂ ਉਹਦੇ ਘਰ ਰਹਿੰਦਾ ਉਹ ਮੇਰੇ ਅੱਗੇ ਪਿੱਛੇ ਨੱਚਦੀ ਫਿਰਦੀ। ਇਸ ਵਾਰ ਪਤਾ ਨਹੀਂ ਉਹਨੂੰ ਕੀ ਹੋ ਗਿਆ।
ਇੱਕ ਵਾਰ ਵੀ ਨਹੀਂ ਤੱਕ ਰਹੀ। ਕੀ ਉਹੀ ਸੁਮੇਧਾ ਜਿਹਨੇ ਮੇਰੇ ਕਾਰਨ ਸਿਰ ਪੀੜ ਦਾ ਰੋਗ ਸਹੇੜ ਲਿਆ ਸੀ? ਦਵਾਈ ਦੇ ਬਹਾਨੇ ਪਟਿਆਲੇ ਜਾਣ ਦਾ ਵਧੀਆ ਬਹਾਨਾ ਬਣ ਗਿਆ ਸੀ। ਉਹਦੇ ਸ਼ਹਿਰ ਤੋਂ ਪਟਿਆਲੇ ਤੱਕ ਦਾ ਸਫ਼ਰ ਇੱਕ ਕਾਵਿਕ ਸਫ਼ਰ ਹੁੰਦਾ। ਉਹ ਮੇਰੇ ਨਾਲ ਸਿਮਟ ਕੇ ਬੈਠਦੀ, ਮੇਰੀਆਂ ਅੱਖਾਂ 'ਚ ਅੱਖਾਂ ਪਾ ਕੇ ਮੁਸਕਰਾਉਂਦੀ, ਉਹਦੇ ਸਰੀਰ ਨਾਲ ਸਰੀਰ ਛੁਹਾ ਕੇ ਮੈਨੂੰ ਅਜੀਬ ਜਿਹੀ ਕੰਬਣੀ ਛਿੜਦੀ। ਸ਼ਾਲ ਨੂੰ ਦੋਹਾਂ ਦੇ ਪੱਟਾਂ 'ਤੇ ਵਿਛਾ ਕੇ ਉਹ ਮੇਰੇ ਹੱਥ ਵਿੱਚ ਆਪਣੇ ਹੱਥ ਰੱਖਦੀ। ਮੈਨੂੰ ਜਿਵੇਂ ਦੁਨੀਆ ਭਰ ਦਾ ਖਜ਼ਾਨਾ ਮਿਲ ਜਾਂਦਾ। ਜਿਉਂ-ਜਿਉਂ ਅਸੀਂ ਸਫ਼ਰ ਲੰਬਾ ਹੋਣ ਦੀਆਂ ਸੁੱਖਾਂ ਸੁੱਖਦੇ, ਤਿਉਂ-ਤਿਉਂ ਹੋਰ ਛੋਟਾ ਹੋ ਜਾਂਦਾ। ਅਸੀਂ ਭਾਵੇਂ ਪਿਕਚਰ ਦੇਖਦੇ, ਭਾਵੇਂ ਮਹਾਰਾਜਾ ਹੋਟਲ ਦੇ ਹਨੇਰੇ ਕੋਨੇ 'ਚ ਬੈਠ ਕੇ ਇੱਕ ਦੂਜੇ ਦੇ ਮੂੰਹ 'ਚ ਬੁਰਕੀਆਂ ਪਾਉਂਦੇ, ਭਾਵੇਂ ਉਹ ਬਾਰਾਂਦਰੀ ਦੇ ਕਿਸੇ ਹਰੇ-ਹਰੇ ਮੈਦਾਨ 'ਚ ਮੇਰੇ ਪੱਟਾਂ 'ਤੇ ਸਿਰ ਰੱਖ ਕੇ ਮੇਰੀਆਂ ਅੱਖਾਂ 'ਚੋਂ ਕੁਝ ਲੱਭਦੀ, ਅੰਦਰੋਂ ਅਸੀਂ ਇੱਕੋ ਦੁਆ ਕਰ ਰਹੇ ਹੁੰਦੇ, ਰੱਬਾ ਸਾਡੇ ਸਾਥੀ ਨੂੰ ਜਨਮ ਤੱਕ ਇਸੇ ਤਰ੍ਹਾਂ ਮੁਹੱਬਤ ਨਿਭਾਉਣ ਦਾ ਬਲ ਬਖਸ਼ੀ। ਸਾਡੀ ਮੁਹੱਬਤ ਦੀਆਂ ਪੀਂਘਾਂ ਉੱਚੀਆਂ ਹੁੰਦੀਆਂ ਅਸਮਾਨੀ ਜਾ ਚੜੀਆਂ। ਅਸੀਂ ਇੱਕ ਦੂਜੇ ਤੋਂ ਕੁਝ ਵੀ ਬਚਾ ਕੇ ਨਾ ਰੱਖ ਸਕੇ। ਕਈ ਵਾਰ ਉਹਨੇ ਆਪਣੇ ਤਨ ਮਨ ਮੇਰੇ ਅੱਗੇ ਢੇਰ ਕੀਤਾ। ਮੈਂ 1000 ਵਾਰੀ ਉਹਨੂੰ ਆਪਣੇ ਕਲਾਵੇ 'ਚ ਭਰ ਕੇ 7 ਸਮੁੰਦਰ ਪਾਰ ਉੱਡ ਜਾਣ ਦੀ ਕਲਪਨਾ ਕੀਤੀ, ਪਰ ਉਹ ਮੇਰੇ ਵਾਂਗ ਕਦੇ ਵੀ ਭਾਵਨਾਵਾਂ ਦੇ ਸਮੁੰਦਰ 'ਚ ਨਹੀਂ ਗੁਆਚੀ। ਤੁਸੀਂ ਵਿਆਹੇ ਹੋਏ ਹੋ, ਸਾਡੀ ਸ਼ਾਦੀ ਸੰਭਵ ਨਹੀਂ। ਨਾਲੇ ਵਿਆਹ ਤੇ ਮੁਹੱਬਤ ਦਾ ਕੀ ਸੰਬੰਧ? ਅਸੀਂ ਸਦੀਆਂ ਤੱਕ ਇਸੇ ਤਰ੍ਹਾਂ ਮੁਹੱਬਤਾਂ ਨਿਭਾਵਾਂਗੇ। ਉਹਦੇ ਇਸ ਉੱਤਰ ਨਾਲ ਮੈਨੂੰ ਆਪਣੇ ਵਿਆਹ ਤੇ ਹਮੇਸ਼ਾ ਪਛਤਾਵਾ ਹੋਇਆ। ਮੈਨੂੰ ਉਹ ਪਹਿਲਾਂ ਕਿਉਂ ਨਹੀਂ ਮਿਲੀ? ਕਾਸ਼ ਕਿਧਰੇ ਸੁਮੇਧਾ ਸਦਾ ਲਈ ਮੇਰੀ ਹੋ ਸਕਦੀ। ਜ਼ਿੰਦਗੀ ਦਾ ਮਜ਼ਾ ਹੀ ਹੋਰ ਹੁੰਦਾ। ਠੀਕ ਹੈ, ਉਹਦਾ ਦਿਲ ਪਾਰੀ ਵਾਂਗ ਨਿਰਮਲ ਹੈ, ਪਰ ਉਹਦੀ ਚਟਾਨ ਵਰਗੀ ਸ਼ਕਤੀ ਵੀ ਤਾਂ ਮੈਨੂੰ ਭੁੱਲੀ ਨਹੀਂ। ਉਹਦੀ ਭਾਬੀ ਦੇ ਹੱਥ ਲੱਗੀ ਇੱਕ ਚਿੱਠੀ ਨੇ ਸਾਰੇ ਘਰ 'ਚ ਹੰਗਾਮਾ ਖੜਾ ਕਰਤਾ ਸੀ, ਪਰ ਉਹ ਚਟਾਨ ਵਾਂਗ ਅਡੋਲ ਖੜੀ ਰਹੀ। ਉਹਨੇ ਕਦੇ ਵੀ ਮੈਨੂੰ ਮਿਲਣਾ ਬੰਦ ਨਹੀਂ ਕੀਤਾ। ਬਸ ਅਸੀਂ ਘਰ ਦੀ ਥਾਂ ਸਟੇਸ਼ਨ ਤੇ ਮਿਲਣ ਲੱਗੇ। ਮੁਹੱਬਤ ਦੇ ਨਸ਼ੇ 'ਚ ਮੈਂ ਅਜਿਹਾ ਬੇਸੁੱਧ ਹੋਇਆ ਕਿ ਮੈਨੂੰ ਪਤਾ ਵੀ ਨਾ ਲੱਗਿਆ ਕਦੋਂ 3 ਸਾਲ ਉਡਾਰੀ ਮਾਰ ਗਏ। ਮੇਰੀ ਪੋਸਟਿੰਗ ਦੀ ਟਰਮ ਪੂਰੀ ਹੋ ਗਈ। ਲੱਖ ਭੱਜ ਨੱਠ ਕਰਨ ਤੇ ਵੀ ਮੇਰੀ ਬਦਲੀ ਰੁਕ ਨਾ ਸਕੀ। ਮੈਨੂੰ ਪੰਜਾਬ ਦੇ ਦੂਜੇ ਕੋਨੇ ਵੱਲ ਧੱਕ ਦਿੱਤਾ ਗਿਆ। ਉਹਨੇ ਪੂਰੇ 2 ਵਰ੍ਹੇ ਦੂਰੀ ਮਹਿਸੂਸ ਨਹੀਂ ਹੋਣ ਦਿੱਤੀ। ਦੀਵਾਲੀ ਤੇ ਨਵੇਂ ਸਾਲ ਦੇ ਗ੍ਰੀਟਿੰਗ ਮੇਰੇ ਪਿਆਰ ਨੂੰ ਤਾਜ਼ਗੀ ਬਖਸ਼ਦੇ ਰਹੇ। ਉਹਦੀਆਂ ਚਿੱਠੀਆਂ ਵਿਚਲੀ ਬਿਰਹਾ ਦੀ ਤੜਪ ਮੈਨੂੰ ਸਕੂਨ ਬਖਸ਼ਦੀ ਰਹੀ। ਕਦੇ-ਕਦੇ ਉਹ ਮਿਲਣ ਲਈ ਸਮਾਂ ਨਿਯਤ ਕਰਦੀ। ਮੈਂ ਪਾਗਲਾਂ ਵਾਂਗ ਸਭ ਕੁਝ ਵਿੱਚ ਹੀ ਛੱਡ ਕੇ ਉਹਦੀਆਂ ਬਾਹਾਂ 'ਚ ਜਾ ਸਿਮਟਦਾ। ਪਿਛਲਾ ਪਹਾੜ ਜਿੱਡਾ ਵਰਾ ਉਹਦੀ ਛੋਹ ਨੂੰ ਤਰਸਦਾ ਲੰਘ ਗਿਆ। ਮੈਨੂੰ ਉਹਦੀ ਚਿੱਠੀ ਦੀ ਤਾਂਘ ਸੀ। ਕਈ ਵਾਰ ਮੈਨੂੰ ਲੱਗਦਾ ਵਗਦੇ ਪਾਣੀ ਖੜੋ ਗਏ ਨੇ। ਤੌਖਲਾ ਹੋਣ ਲੱਗਦਾ ਕਿਧਰੇ ਖੜੇ ਪਾਣੀਆਂ 'ਚ ਸਾੜਾ ਹੀ ਨਾ ਪੈ ਜਾਏ। ਮੈਂ ਮੁੜ ਉਹਦੀਆਂ ਝੀਲ ਵਰਗੀਆਂ ਅੱਖਾਂ 'ਚ ਤੱਕ ਕੇ ਲਹਿਰਾਂ ਪੈਦਾ ਕਰਨਾ ਚਾਹੁੰਦਾ ਸੀ। ਇਸੇ ਲਈ ਮੈਂ ਉਹਨੂੰ ਮਿਲਣ ਦੀ ਪਹਿਲ ਕੀਤੀ, ਪਰ ਉਹਨੇ ਝੱਟ ਜਵਾਬ ਪਾ ਦਿੱਤਾ, ਮਿਲਣ ਦਾ ਕੋਈ ਰਸਤਾ ਨਹੀਂ ਲੱਭਦਾ। ਸੁਮੇਧਾ ਦੇ ਵੱਡੇ ਭਰਾ ਦੇ ਲੜਕਾ ਹੋਇਆ ਹੈ। ਉਹਦੀ ਖੁਸ਼ੀ 'ਚ ਉਹਨਾਂ ਦੇ ਘਰ ਪ੍ਰੋਗਰਾਮ ਹੈ। ਕਾਰਡ ਮੈਨੂੰ ਵੀ ਪਾਇਆ ਗਿਆ ਸੀ ਤੇ ਭਾਈ ਸਾਹਿਬ ਨੂੰ ਵੀ। ਭਾਈ ਸਾਹਿਬ ਕਾਰੋਬਾਰ ਦੇ ਸਬੰਧ 'ਚ ਮੁੰਬਈ ਗਏ ਸਨ, ਇਸ ਲਈ ਉਹਨਾਂ ਮੇਰੀ ਡਿਊਟੀ ਲਾਈ ਸੀ। ਮੇਰਾ ਸਵੈ ਅਭਿਮਾਨ ਮੈਨੂੰ ਇੱਥੋਂ ਆਉਣੋਂ ਰੋਕਦਾ ਰਿਹਾ, ਪਰ ਦਿਲ ਸੁਮੇਧਾ ਦੀ ਬੇਰੁਖੀ ਜਾਣਨ ਲਈ ਕਾਹਲਾ ਪੈਂਦਾ ਰਿਹਾ। ਦੁਬਿਧਾ 'ਚ ਫਸਿਆ ਮੈਂ ਚਲਾ ਆਇਆ। 2 ਦਿਨ ਉਡੀਕਦਾ ਰਿਹਾ। ਸੁਮੇਧਾ ਨੇ ਮੇਰੇ ਲਈ ਇੱਕ ਪਲ ਵੀ ਵਿਹਲਾ ਨਾ ਕੀਤਾ। ਕਈ ਵਾਰ ਦਿਲ ਕੀਤਾ ਬਾਂਹ ਫੜ ਕੇ ਖੜਾ ਲਵਾਂ, ਪਰ ਉਹ ਭੀੜ ਭੜੱਕੇ 'ਚ ਗੁਆਚਦੀ ਰਹੀ। ਇੱਕ ਵਾਰੀ ਹਿੰਮਤ ਕਰਕੇ ਮੈਂ ਉਹਦੇ ਚੁਬਾਰੇ 'ਚ ਆ ਗਿਆ। ਜਿਸ ਗੁਸਤਾਖੀ ਨਾਲ ਉਹ ਪੇਸ਼ ਆਈ, ਉਹਨੇ ਮੇਰੀ ਕਲਪਨਾ ਦੇ ਮਹਿਲ ਖੇਰੂ ਕਰ ਦਿੱਤੇ। ਰੋਣ ਹਾਕਾ ਹੋਇਆ। ਮੈਂ ਰਜਾਈ 'ਚ ਹੀ ਦੁਬਕ ਗਿਆ। ਮੈਨੂੰ ਉਹ ਭੁੱਲ ਨਹੀਂ ਸਕਦੀ, ਕਦੇ ਵੀ ਨਹੀਂ। ਜਦੋਂ ਅਸੀਂ ਪਿਆਰ ਦੀ ਪਹਿਲੀ ਪੂਣੀ ਕੱਤੀ ਸੀ ਤਾਂ ਉਹ 16ਵੇਂ ਵਰ੍ਹੇ ਨੂੰ ਨੱਥ ਪਾਈ ਫਿਰਦੀ ਸੀ। ਅਲੜ ਪੁਣੇ ਦਾ ਪਿਆਰ ਤਾਂ ਮੜੀਆਂ 'ਚ ਵੀ ਖਹਿੜਾ ਨਹੀਂ ਛੱਡਦਾ। ਮੇਰੇ ਲਈ ਹਰ ਤਰ੍ਹਾਂ ਦਾ ਜੋਖਮ ਉਠਾਉਣ ਵਾਲੀ ਸੁਮੇਧਾ ਕਦੇ ਇਸ ਤਰ੍ਹਾਂ ਵੀ ਪੇਸ਼ ਆਏਗੀ ਤਾਂ ਮੈਂ ਕਦੇ ਸੋਚਿਆ ਵੀ ਨਹੀਂ ਸੀ। ਮੇਰਾ ਅੰਦਰਲਾ ਵਿਦਰੋਹ ਜਾਗ ਉੱਠਦਾ ਹੈ। ਮੈਂ ਇੱਥੋਂ ਜਿੰਨੀ ਜਲਦੀ ਹੋ ਸਕੇ ਨਿਕਲ ਜਾਣ ਦੀ ਸੋਚਦਾ, ਪਰ ਪੰਜਾਬ ਬੰਦ ਮੇਰਾ ਵਸ ਨਹੀਂ ਜਾਣ ਦਿੰਦਾ। ਮੈਨੂੰ ਇਕੱਲੇ ਬੈਠਿਆਂ ਦੇਖ ਕੇ ਉਹਦਾ ਜੀਜਾ ਮੇਰੇ ਕੋਲ ਆ ਜਾਂਦਾ ਹੈ। ਉਸ ਸੁਮੇਧਾ ਤੋਂ ਹੀ ਗੱਲ ਸ਼ੁਰੂ ਕਰਦਾ ਹੈ। ਬੜੀ ਸੋਹਣੀ ਹੈ, ਬੜੀ ਦਲੇਰ ਹੈ ਤੇ ਗਹਿਣਿਆਂ ਦੀ ਬੜੀ ਸ਼ੌਕੀਨ ਹੈ। ਉਹ ਦੱਸਦਾ ਉਹਨੇ ਸੁਮੇਧਾ ਲਈ ਸੋਨੇ ਦੀ ਛਾਪ ਬਣਵਾ ਕੇ ਦਿੱਤੀ ਹੈ। ਦਿੱਲੀ ਤੋਂ ਹਾਥੀ ਦੰਦ ਦੀਆਂ ਵੰਗਾਂ ਮੰਗਵਾਈਆਂ ਹਨ। ਨਵੇਂ ਫੈਸ਼ਨ ਦੇ ਲਹਿੰਗੇ ਤੇ ਸੂਟ ਸਵਾਏ ਹਨ। ਜੋ ਗੱਲ ਉਹ ਕਹਿਣਾ ਚਾਹੁੰਦਾ ਹੈ ਉਹਨੂੰ ਮੇਰੇ ਕੰਨ ਸੁਣਨ ਨੂੰ ਤਿਆਰ ਨਹੀਂ। ਮੈਂ ਵਿਸ਼ਾ ਬਦਲਣ ਲਈ ਗੱਲ ਬਿਜ਼ਨਸ ਵੱਲ ਮੋੜਦਾ। ਸੁਮੇਧਾ ਦੀ ਨਾਰਾਜ਼ਗੀ ਦਾ ਉੱਤਰ ਉਹ ਦੇ ਗਿਆ ਹੈ। ਉਹ ਸੋਨੇ ਚਾਂਦੀ ਦੀ ਚਮਕ ਵਿੱਚ ਗੁਆਚ ਗਈ ਹੈ। ਉਹ ਸਧਾਰਨ ਕੁੜੀ ਹੀ ਤਾਂ ਹੈ। ਉਹਨੂੰ ਛਾਪਾਂ ਛੱਲਿਆਂ ਤੇ ਲਿਸ਼ਕ ਦੇ ਕੱਪੜਿਆਂ ਵਿੱਚੋਂ ਮਾਨ ਸਨਮਾਨ ਦੀ ਝਲਕ ਪਈ ਹੋਏਗੀ। ਉਹਨੂੰ ਕੀ ਪਤਾ ਮੇਰਾ ਸਾਹਿਤਿਕ ਮਨ ਕਿਸੇ ਹੋਰ ਤਾਜ ਮਹਿਲ ਦੀ ਤਲਾਸ਼ 'ਚ ਹੈ। ਮੈਂ ਮੁਹੱਬਤ ਦੀ ਦੁਨੀਆ 'ਚ ਉਹਨੂੰ ਮੁਮਤਾਜ਼ ਵਾਂਗ ਚਮਕਾਉਣਾ ਚਾਹੁੰਦਾ।
ਕਿੰਨੇ ਹੀ ਬਾਜ਼ਾਰ ਛਾਣੇ ਹਨ, ਇੱਕ ਵੀ ਚੀਜ਼ ਆਪਣੇ ਇਸ਼ਕ ਦੇ ਹਾਣ ਦੀ ਨਹੀਂ ਲੱਭਦੀ। ਜੋ ਕੁਝ ਵੀ ਮੇਰੇ ਕੋਲ ਹੈ ਉਹ ਤਾਂ ਮੈਂ ਇੱਕੋ ਝਟਕੇ 'ਚ ਉਸ ਅੱਗੇ ਢੇਰ ਕਰ ਸਕਦਾ। ਤੂੰ ਢੇਰ ਨਹੀਂ ਕੀਤਾ ਨਾ, ਇਸੇ ਲਈ ਪਛੜ ਗਿਆ। ਤੇਰੀ ਲੰਬੀ ਜੁਦਾਈ ਤੇ ਅਣਗਹਿਲੀ ਨੇ ਤੈਥੋਂ ਸਮਿਦਾ ਖੋਹ ਲਈ ਹੈ। ਅਗਲੇ ਕਈ ਘੰਟੇ ਮੈਂ ਉਹ ਤੋਂ ਵੱਖ ਹੋਣ ਦੇ ਯਤਨਾਂ 'ਚ ਗੁਜ਼ਾਰਦਾ, ਉਹਨੂੰ ਭੁੱਲਣ ਲਈ ਮਨ ਤਕੜਾ ਕਰਦਾ। ਉਂਝ ਪਤਾ ਹੈ ਦਿਨ 'ਚ ਹਜ਼ਾਰ ਵਾਰ ਯਾਦ ਆਉਣ ਵਾਲੀ ਸੁਮਿਦਾ ਜ਼ਹਿਨ 'ਚੋਂ ਨਹੀਂ ਨਿਕਲ ਸਕੇਗੀ। ਮੈਂ ਸਾਹਿਤਿਕ ਮਨ ਨੂੰ ਕੋਸ ਰਿਹਾ, ਇੱਕ ਵਧੀਆ ਜਿਹਾ ਕਾਵ ਸੰਗ੍ਰਹਿ ਲਿਖ ਕੇ ਉਹਨੂੰ ਭੇਟ ਕਰਨ ਲਈ ਸੋਚਦਾ ਰਿਹਾ। ਕਾਵ ਸੰਗ੍ਰਹਿ 'ਚ ਆਪਣੀ ਪ੍ਰੇਰਨਾ ਨੂੰ ਚਿਤਰਨ ਦੇ ਸੁਪਨੇ ਵੇਖਦਾ ਰਿਹਾ। ਇਸ ਗੱਲ ਤੋਂ ਖੁਦ ਹੀ ਰੋਕਦੀ ਸੀ, ਕਿਧਰੇ ਉਹਦੀ ਸ਼ਨਾਖਤ ਨਾ ਹੋ ਜਾਏ, ਵਿਆਹਤਾ ਜੀਵਨ ਬਿਖਰ ਨਾ ਜਾਏ। ਮੈਂ ਚੁੱਪ ਰਿਹਾ, ਨਾ ਕੁਝ ਲਿਖਿਆ ਨਾ ਉਹਨੂੰ ਭੇਂਟ ਕੀਤਾ। ਮੈਂ ਸੁਮਿਦਾ ਦੇ ਅੰਦਰ ਹੀ ਤੱਕਦਾ ਰਿਹਾ, ਬਾਹਰਲੀਆਂ ਉਹਦੀਆਂ ਕੀਮਤਾਂ ਕਦਰਾਂ ਨੂੰ ਕਦੇ ਵੀ ਨਾ ਛੋਇਆ। ਜੇ ਉਹਨੂੰ ਗਹਿਣੇ ਪਸੰਦ ਹਨ ਤਾਂ ਮੈਂ ਉਹਨੂੰ ਗਹਿਣਿਆਂ ਨਾਲ ਲੱਦ ਦਿਆਂਗਾ, ਨਾਰਾਜ਼ ਨਹੀਂ ਹੋਣ ਦਿਆਂਗਾ। ਸਾਰੀ ਰਾਤ ਮੈਨੂੰ ਉਹਦੀ ਉਡੀਕ ਰਹੀ। ਸ਼ਾਇਦ ਮੇਰੇ ਦਰਵਾਜ਼ੇ ਉੱਪਰ ਦਸਤਕ ਹੋਏ ਜਾਂ ਵਿਹੜੇ 'ਚ ਆ ਕੇ ਖੰਘੇ, ਜਿਵੇਂ ਉਹ ਅਕਸਰ ਕਰਦੀ ਹੁੰਦੀ ਸੀ, ਪਰ ਕੁਝ ਵੀ ਨਾ ਹੋਇਆ। ਕਦੇ ਕਦੇ ਉਹਦੇ ਹੱਸਣ ਦੀ ਆਵਾਜ਼ ਆਉਂਦੀ ਤੇ ਮਨ ਅੰਦਰ ਤਰਾਟਾਂ ਉੱਠ ਕੇ ਚੁੱਪ ਹੋ ਜਾਂਦੀਆਂ। ਅਗਲੀ ਸਵੇਰ ਵੀ ਉਹਦਾ ਕੰਮੀ ਕਾਰੀ ਰੁੱਝਿਆ ਰਹਿਣਾ ਮੈਨੂੰ ਚੰਗਾ ਨਹੀਂ ਲੱਗਦਾ। ਅਖਬਾਰ ਚੁੱਕ ਕੇ ਕੋਸੀ ਧੁੱਪ ਦੇ ਬਹਾਨੇ ਕੋਠੇ ਉੱਤੇ ਜਾ ਬੈਠਦਾ। ਕੱਪੜੇ ਧੋ ਰਹੀ ਹੈ, ਉੱਪਰ ਤਾਂ ਆਏਗੀ। ਸੱਚਮੁੱਚ ਉਹ ਕੋਠੇ ਤੇ ਆ ਗਈ। ਮੇਰਾ ਦਿਲ ਜ਼ੋਰ ਦੀ ਧੜਕਣ ਲੱਗਦਾ ਹੈ, ਜਿਵੇਂ ਕਦੇ ਪਹਿਲੀ ਵਾਰ ਧੜਕਦਾ ਸੀ। ਉਹ ਜਲਦੀ ਕੱਪੜੇ ਸੁੱਕਣੇ ਪਾਉਂਦੀ ਹੈ ਤੇ ਹੇਠਾਂ ਉਤਰ ਜਾਂਦੀ ਹੈ। ਅਗਲੀ ਵਾਰ ਮੈਂ ਉਹਨੂੰ ਘੇਰ ਲੈਣਾ, ਪੁੱਛਾ ਤਾਂ ਸਹੀ ਆਖਰ ਗੱਲ ਕੀ ਹੈ। ਕੁਝ ਕੁ ਪਲ ਸਾਂਝੇ ਹੁੰਦੇ ਹਨ ਪ੍ਰਸ਼ਨਾਂ ਦਾ ਉੱਤਰ ਸੁਣਨ ਲਈ। ਉਹ ਇੱਕ ਦਿਨ ਹੋਰ ਰੁਕਣ ਦਾ ਤਰਲਾ ਕਰਦੀ ਹੈ। ਚੁੱਪ ਕਰ, ਮੈਂ ਉਹਨਾਂ ਪਲਾਂ ਦੀ ਉਡੀਕ ਕਰਦਾ ਜਿਹੜੇ ਉਸਨੇ ਮੇਰੇ ਲਈ ਰਾਖਵੇਂ ਰੱਖੇ ਹਨ। ਸੱਚਮੁੱਚ ਉਹਨੇ ਕੁਝ ਕੁ ਪਲ ਮੇਰੇ ਲਈ ਕੱਢ ਹੀ ਲਏ। ਸੁਮਿਤਾ ਨੂੰ ਮੇਰੇ ਤੇ ਸ਼ੱਕ ਹੋ ਗਿਆ। ਉਹਦੇ ਵਿਆਹ ਦੀਆਂ ਗੱਲਾਂ ਚੱਲ ਰਹੀਆਂ ਹਨ। ਵਿਆਹ ਪਿੱਛੋਂ ਕੀ ਹੋਏਗਾ, ਕਿਧਰੇ ਉਹਦੇ ਪਤੀ ਕੋਲ ਗੱਲ ਨਾ ਕਰ ਬਹਾਂ। ਮੈਨੂੰ ਉਹਦੇ ਭੋਲੇਪਨ ਤੇ ਹਾਸਾ ਆ ਰਿਹਾ। ਉਹ ਮੇਰੀ ਪ੍ਰੇਰਨਾ ਹੈ। ਉਹਨੇ ਮੇਰੀ ਸਾਹਿਤ ਕਲਾ ਨੂੰ ਠੁੰਮਣਾ ਦਿੱਤਾ ਹੈ। ਮੈਂ ਤਨ ਨਾਲੋਂ ਜ਼ਿਆਦਾ ਉਹਦੇ ਮਨ ਨੂੰ ਪਿਆਰਿਆ। ਭਲਾ ਕਿਸ ਸਵਾਰਥ ਲਈ ਮੈਂ ਕਦਮ ਚੁੱਕਾਂਗਾ। ਕਿੰਨੀਆਂ ਹੀ ਭੱਠੀਆਂ ਤਪਦੀਆਂ ਰਹਿਣ ਤੇ ਮੇਰੇ ਸੀਨੇ ਨੂੰ ਸਾੜਦੀਆਂ ਰਹਿਣ, ਮੇਰੀ ਸੁਮਿਤਾ ਨੂੰ ਕਦੇ ਆਂਚ ਨਹੀਂ ਆਏਗੀ। ਉਹਦਾ ਉਦਾਸ ਚਿਹਰਾ ਮੇਰਾ ਗਮ ਹੈ, ਉਹਦੀ ਖੁਸ਼ੀ ਮੇਰੀ ਖੁਸ਼ੀ। ਖੁਸ਼ੀਆਂ ਦੇ ਬਾਗ ਕੌਣ ਉਜਾੜੇਗਾ। ਉਹਦੇ ਚਿਹਰੇ ਤੇ ਛਾਏ ਫਿਕਰਾਂ ਦੇ ਬੱਦਲ ਉਡਾਰੀ ਮਾਰ ਗਏ। ਮੇਰੇ ਹੱਥੋਂ ਆਪਣੇ ਹੱਥਾਂ 'ਚ ਘੁੱਟਦੀ ਹੈ। ਬਾਕੀ ਸਮਾਂ ਮੈਂ ਖੁਸ਼ੀ ਗੁਜ਼ਾਰਦਾ। ਸਵੇਰੇ ਅਸੀਂ ਵਿਛੜ ਜਾਣਾ ਹੈ। ਕੱਲ ਨਵਾਂ ਸਾਲ ਚੜ੍ਹਨਾ। ਮੈਨੂੰ ਉਹਦੀ ਛੋਹ ਦੀ ਪਿਆਸ ਹੈ। ਦਿਲਾਂ ਨੂੰ ਦਿਲਾਂ ਵਾਲੇ ਰਾਹ ਕੌਣ ਰੋਕ ਸਕਦਾ। ਅੰਨੇ ਬਹਾਨੇ ਉਹ ਮੇਰੇ ਅੱਗੇ ਆ ਖਲੋਂਦੀ ਹੈ। ਸ਼ਾਇਦ ਆਪਣੀ ਬੇਰੁਖੀ ਤੇ ਪਛਤਾ ਵੀ ਰਹੀ ਹੈ। ਦੂਰੀ ਮੈਥੋਂ ਸਹਾਰ ਨਹੀਂ ਹੁੰਦੀ। ਉਹਦੇ ਤਪਦੇ ਹੋਠਾਂ ਉੱਤੇ ਮੈਂ ਆਪਣੇ ਹੋਠ ਟਿਕਾ ਦਿੰਦਾ। ਮੇਰੇ ਨਾਲ ਸਿਮਟ ਕੇ ਉਹ ਮੇਰੇ ਅੰਦਰ ਸਮਾ ਜਾਣ ਦੇ ਯਤਨ ਕਰਦੀ ਹੈ। ਮੇਰੇ ਦੋਵੇਂ ਹੋਠ ਉਹਨੇ ਅੰਦਰ ਸਮੋ ਲਏ। ਉਹਦੀਆਂ ਅੱਖਾਂ 'ਚ ਛਾਏ ਖੁਮਾਰ ਨੂੰ ਦੇਖ ਕੇ ਮੈਂ ਆਪੇ ਤੋਂ ਬਾਹਰ ਹੋ ਜਾਂਦਾ। ਗਲਵੱਕੜੀ ਹੋਰ ਪੀੜੀ ਹੋ ਜਾਂਦੀ ਹੈ। ਉਸ ਤੋਂ ਵੱਖ ਹੋ ਕੇ ਮੈਂ ਹਲਕਾ ਫੁੱਲ ਮਹਿਸੂਸ ਕਰਦਾ। 3 ਦਿਨਾਂ ਦੇ ਜ਼ਹਿਨ ਮੰਥਨ 'ਚੋਂ ਨਿਕਲਿਆ ਸਾਰਾ ਜ਼ਹਿਰ ਸੁਮਿਤਾ ਨੇ ਸ਼ਿਵ ਬਣ ਕੇ ਚੂਸ ਲਿਆ। ਉਹ ਨੀਲਕੰਠ ਬਣ ਕੇ ਸਾਰੇ ਬ੍ਰਹਿਮੰਡ ਉੱਪਰ ਛਾਂਦੀ ਜਾ ਰਹੀ ਹੈ ਤੇ ਮੈਂ ਅੰਮ੍ਰਿਤ ਕੁੰਡ ਹਾਸਲ ਕਰਕੇ ਵੀ ਹੋਰ ਛੋਟਾ ਹੁੰਦਾ ਜਾ ਰਿਹਾ। ਅਦਨਾ ਜਿਹਾ ਇਨਸਾਨ ਬਣਿਆ ਮੈਂ ਸਿਰ ਝੁਕਾਉਂਦਾ ਤੇ ਉਹ ਤੋਂ ਵੱਖ ਹੋਣ ਲਈ ਹੌਸਲਾ ਬਟੋਰਨ ਲੱਗਦਾ। ਉਹਦੀਆਂ ਅੱਖਾਂ 'ਚ ਉਮੜ ਆਈ ਸਮੁੰਦਰ ਅੱਗੇ ਖੜੋਣ ਦੀ ਮੇਰੇ 'ਚ ਹਿੰਮਤ ਨਹੀਂ ਹੈ। ਧੰਨਵਾਦ। ਕਹਾਣੀ ਸਰਗੀ ਵੇਲੇ ਦਾ ਸੁਪਨਾ। ਅੱਗੇ ਤਾਂ ਪਹਿਲੇ ਪੈਗ ਨਾਲ ਹੀ ਉਹਦੀਆਂ ਅੱਖਾਂ 'ਚ ਨੀਂਦ ਰੜਕਣ ਲੱਗਦੀ। ਦੂਸਰੇ ਪੈਗ ਲਾ ਕੇ ਤਾਂ ਉਹ ਲੱਖ ਯਤਨ ਕਰਨ ਤੇ ਵੀ ਘੁਰਾੜੇ ਮਾਰਨੋਂ ਨਾ ਰਹਿ ਸਕਦਾ। ਅੱਜ ਸਟਰੋਂਗ ਵਿਸਕੀ ਦੇ ਵੱਡੇ ਨੀਟ ਪੈਗ ਵੀ ਕੋਈ ਅਸਰ ਨਹੀਂ ਸੀ ਦਿਖਾ ਰਹੇ। ਰਾਤ ਅੱਧੀ ਤੋਂ ਵੱਧ ਬੀਤ ਚੁੱਕੀ ਸੀ। ਬੋਤਲ ਵੀ ਅੱਧੀ ਤੋਂ ਵੱਧ ਖਾਲੀ ਹੋ ਗਈ ਸੀ। ਪਰ ਕੀ ਮਜਾਲ ਭਿਆਨਕ ਸੋਚਾਂ ਨੇ ਇੱਕ ਪਲ ਲਈ ਵੀ ਉਹਦਾ ਖਹਿੜਾ ਛੱਡਿਆ ਹੋਵੇ। ਹਰ ਪਲ ਮੌਤ ਨੂੰ ਉਡੀਕਦਾ ਪਵਨ ਦੀਵਾਰਾਂ ਨੂੰ ਘੂਰਨ ਤੋਂ ਬਿਨਾਂ ਕੁਝ ਨਹੀਂ ਸੀ ਕਰ ਸਕਦਾ। ਜੋ ਕਰ ਸਕਦਾ ਸੀ ਕਰ ਰਿਹਾ ਸੀ, ਕੋਸ ਰਿਹਾ ਸੀ। ਉਸ ਮਨਹੂਸ ਘੜੀ ਨੂੰ ਜਦੋਂ ਵਧੀਆ ਚੱਲਦੀ ਵਕਾਲਤ ਨੂੰ ਲੱਤ ਮਾਰ ਕੇ ਉਹ ਸਰਕਾਰੀ ਵਕੀਲ ਭਰਤੀ ਹੋਇਆ ਸੀ। ਘਿਰਨਾ ਕਰ ਰਿਹਾ ਸੀ ਪੁਲਿਸ ਤੋਂ ਸਲਟ ਮਰਵਾ ਕੇ ਹਿੱਕ ਚੌੜੀ ਕਰਨ ਦੇ ਆਪਣੇ ਘਟੀਆ ਜਿਹੇ ਸ਼ੌਕ ਨੂੰ। ਪੁਲਿਸ ਤੋਂ ਸਲੂਟ ਮਰਵਾ ਕੇ ਹਿੱਕ ਚੌੜੀ ਕਰਨ ਦੇ ਆਪਣੇ ਘਟੀਆ ਜਿਹੇ ਸ਼ੌਕ ਨੂੰ। ਉਦੋਂ ਉਹਨੂੰ ਕੀ ਪਤਾ ਸੀ ਮੁਜਰਮਾਂ ਨੂੰ ਜਮਰਾਜ ਬਣ ਕੇ ਡਰਾਉਣ ਵਾਲੇ ਸਰਕਾਰੀ ਵਕੀਲਾਂ ਨੂੰ ਹੀ ਕਦੇ ਉਹਨਾਂ 'ਚੋਂ ਜਮਦੂਤਾਂ ਦੇ ਝੋਲੇ ਪੈਣ ਲੱਗਣਗੇ।
ਉਹਨਾਂ ਸਮਿਆਂ ਨੂੰ ਲੰਘਿਆਂ ਤਾਂ ਪਹਾੜ ਜਿੱਡਾ ਸਮਾਂ ਹੋ ਗਿਆ ਸੀ ਜਦੋਂ ਦਲੀਲਾਂ ਨੂੰ ਪੇਸ਼ ਕਰਦਿਆਂ ਉਹਦੀ ਦਹਾੜ ਸਾਰੀ ਕਚਹਿਰੀ 'ਚ ਗੂੰਜਦੀ ਹੁੰਦੀ ਸੀ। ਉਹਨੂੰ ਕਦੇ ਖਿਆਲ ਵੀ ਨਹੀਂ ਸੀ ਆਇਆ ਕਿ ਕਟਹਿਰੇ 'ਚ ਖੜੇ ਮੁਜਰਮ ਦਾ ਹੁਲੀਆ ਕੀ ਹੈ, ਉਹ ਸਰਦਾਰ ਹੈ, ਚੌਧਰੀ ਹੈ ਜਾਂ ਮਜ਼ਦੂਰ ਹੈ। ਪਵਨ ਦੀਆਂ ਦਲੀਲਾਂ ਸਭ ਦੇ ਦਿਲਾਂ 'ਚ ਇੱਕੋ ਜਿਹਾ ਡੋਬ ਪਾਉਂਦੀਆਂ ਸਨ। ਸਮਾਂ ਬਦਲਿਆ ਤਾਂ ਕੁਝ ਉਹ ਵੀ ਬਦਲਿਆ ਸੀ। ਇਨੀ ਦਿਨੀ ਉਹ ਮੁਕੱਦਮੇ ਦੀ ਪੈਰਵਾਈ ਮੁਜਰਮ ਤੇ ਲੱਗੀਆਂ ਦਫਾਵਾਂ ਅਨੁਸਾਰ ਕਰਦਾ ਹੈ। ਕੋਈ ਅਫੀਮ ਸ਼ਰਾਬ ਦਾ ਕੇਸ ਹੋਵੇ ਤਾਂ ਉਹਦੀ ਬੜਕ ਪਹਿਲਾਂ ਵਰਗੀ ਹੁੰਦੀ ਹੈ। ਟੈਰਰਿਸਟ ਐਕਟ ਹੋਵੇ ਤਾਂ ਗਿਣਵੇਂ ਹੁਣਵੇਂ ਸ਼ਬਦ ਬੋਲਦਾ ਹੈ, ਮਿੱਠਤ ਦੀ ਚਾਸ਼ਨੀ ਚਾੜ ਕੇ ਮਲਕੜੇ ਜਾਏ। ਜਿਹੜੇ ਮੁਜਰਮ ਤੱਕ ਹੀ ਅੱਪੜਨੇ ਆ, ਜੱਜ ਦੇ ਕੰਨਾਂ ਤੱਕ ਵੀ ਮਸਾਂ ਹੀ ਅੱਪੜਦੇ ਆ। ਇਸ ਦੋਗਲੀ ਨੀਤੀ ਦੇ ਆਧਾਰ ਤੇ ਉਹ ਦਹਿਸ਼ਤਗਰਦਾਂ ਦੇ ਇਸ ਗੜ੍ਹ ਵਿੱਚ 2 ਵਰ੍ਹੇ ਕੱਟ ਸਕਿਆ ਸੀ। ਕਦੇ ਕਿਸੇ ਨੇ ਉਹਦੇ ਵੱਲ ਕਹਿਰੀ ਅੱਖ ਨਾਲ ਨਹੀਂ ਸੀ ਤੱਕਿਆ। ਧਮਕੀ ਤਾਂ ਕੀ, ਕਿਸੇ ਨੇ ਖੰਗੂਰਾ ਤੱਕ ਨਹੀਂ ਸੀ ਮਾਰਿਆ। ਛੋਟੀਆਂ ਵੱਡੀਆਂ ਵਾਰਦਾਤਾਂ ਇੱਧਰ ਰੋਜ਼ ਦਾ ਕੰਮ ਸੀ। ਕਦੇ ਸ਼ਹਿਰ 'ਚ ਗੋਲੀ ਚੱਲਦੀ, 70 ਚੱਕੀਆਂ ਵਾਲਿਆਂ ਦੇ ਵਿਛਦਾ, ਸੈਰ ਕਰਨ ਵਾਲਿਆਂ ਦੇ ਜਾਂ ਫਿਰ ਸੰਘੀਆਂ ਦੇ। ਕਦੇ ਗੋਲੀ ਪਿੰਡਾਂ 'ਚ ਚੱਲਦੀ, ਮਕਾਨਾਂ ਕਦੇ ਮੁਖਬਰਾਂ ਦੇ ਆਉਂਦੀਆਂ, ਕਦੇ ਕਾਮਰੇਡਾਂ ਦੇ ਤੇ ਕਦੇ ਹਟਵਾਣੀਆਂ ਦੇ। ਵਾਰਦਾਤ ਅੰਮ੍ਰਿਤਸਰ ਹੁੰਦੀ ਭਾਵੇਂ ਦਿੱਲੀ, ਸਹਿਮ ਇੱਥੇ ਛਾਉਂਦਾ। ਸੂਰਜ ਛਿਪਦਿਆਂ ਹੀ ਦੁਕਾਨਾਂ ਦੇ ਸ਼ਟਰ ਗਿਰਨ ਲੱਗਦੇ, ਅੱਡਿਆਂ ਠੇਕਿਆਂ ਤੇ ਮੁਰਦਹਾਨੀ ਛਾ ਜਾਂਦੀ। ਸਵੇਰੇ ਸ਼ਾਮ ਸੈਰ ਕਰਨ ਨਿਕਲਦੀਆਂ ਲੋਕਾਂ ਦੀਆਂ ਡਾਰਾਂ ਕੁਝ ਦਿਨਾਂ 'ਚ ਛਾਈ ਮਾਈ ਹੋ ਜਾਂਦੀਆਂ। ਕਿਧਰੇ ਕੁਝ ਵੀ ਹੁੰਦਾ ਰਿਹਾ, ਪਵਨ ਨੇ ਸਵੇਰ ਦੀ ਸੈਰ ਦਾ ਨਿਯਮ ਨਹੀਂ ਸੀ ਤੋੜਿਆ। ਹੁਣ ਜਦੋਂ ਛੁੱਟਣ ਤੇ ਆਇਆ ਤਾਂ ਸੈਰ ਤੱਕ ਹੀ ਖਾਣਾ ਪੀਣਾ ਵੀ ਛੁੱਟ ਗਿਆ। ਸੈਰ ਤਾਂ ਉਹਦੀ ਉਸ ਦਿਨ ਦੀ ਛੁੱਟ ਗਈ ਸੀ ਜਦੋਂ ਉਹਨੂੰ ਲੱਗਾ ਸੀ ਕੰਬਲਾਂ ਦੀਆਂ ਬੁੱਕਲਾਂ ਮਾਰੀ 2 ਅਣਪਛਾਤੇ ਨੌਜਵਾਨ ਉਹਦਾ ਹੀ ਪਿੱਛਾ ਕਰ ਰਹੇ ਹਨ। ਗੱਲ ਕਰੀਬ ਮਹੀਨਾ ਪੁਰਾਣੀ ਹੈ। ਉਸ ਦਿਨ ਤੋਂ ਅੱਜ ਤੱਕ ਉਹ ਹੱਥੋਂ ਨਿਕਲੇ ਇੱਕ ਮੁਕੱਦਮੇ ਦੀ ਪੜਤਾਲ ਕਰਦਾ ਰਿਹਾ। ਕਿਹੜਾ ਬੰਦਾ ਜਾਂ ਧੜਾ ਉਹ ਤੋਂ ਨਾਰਾਜ਼ ਹੋ ਗਿਆ, ਉਹਨੂੰ ਸਮਝ ਨਹੀਂ ਸੀ ਆਈ। 1-2 ਮੁਕੱਦਮੇ ਜ਼ਰੂਰ ਉਹਦੀ ਨਿਗਾਹ ਚੜ੍ਹੇ ਸਨ ਜਿਨ੍ਹਾਂ 'ਚ ਲੋੜੋਂ ਵੱਧ ਪੁਲਿਸ ਰਿਮਾਂਡ ਮਿਲਿਆ ਸੀ। ਉਹਨਾਂ ਵਿੱਚੋਂ ਸੰਤੇ ਦਾ ਤਾਂ ਸਭ ਨੂੰ ਪਤਾ ਹੈ, ਉਹ ਕਿੱਡਾ ਕੁ ਵੱਡਾ ਅੱਤਵਾਦੀ ਹੈ, ਨਾਮੀ ਚੋਰ ਹੈ। ਸਾਲ 'ਚ 9 ਮਹੀਨੇ ਜੇਲ੍ਹ 'ਚ ਰਹਿੰਦਾ ਹੈ। ਪੁਲਿਸ ਨੇ 5-4 ਮਹੀਨੇ ਉਹ ਤੋਂ ਖਹਿੜਾ ਛਡਾਉਣ ਲਈ ਹੀ ਇਹ ਐਕਟ ਵਰਤਿਆ ਸੀ। ਦੂਜਾ ਵੀ ਮਹੀਨੇ ਦਾ ਥਾਣੇ ਬਿਠਾਇਆ ਹੋਇਆ ਸੀ। ਘਰਦਿਆਂ ਨੇ ਫੜਾਇਆ ਸੀ। ਉਹਨਾਂ ਨੂੰ ਡਰ ਸੀ ਬਾਹਰ ਫਿਰਦਾ ਰਿਹਾ ਤਾਂ ਪੁਲਿਸ ਮੁਕਾਬਲੇ 'ਚ ਮਾਰਿਆ ਜਾਊ। 4 ਦਿਨ ਵੱਧ ਥਾਣੇ ਬੈਠਾ ਰਿਹਾ ਤਾਂ ਕੀ ਫਰਕ ਪੈਂਦਾ। ਉਹਦੇ ਵਾਰਿਸ ਤਾਂ ਉਹਨੂੰ ਜੇਲ੍ਹ ਭੇਜ ਕੇ ਬਾਗੋ ਬਾਗ ਹੋ ਗਏ ਸੀ। ਨਿੱਤ ਵਰਤਦੇ ਭਾਣਿਆਂ ਤੋਂ ਡਰਦੇ ਕਦੇ ਦਹਿਸ਼ਤਗਰਦ ਦੇ ਵਾਰਿਸ ਵੀ ਉਹਨੂੰ ਪੈਸੇ ਦੇ ਜਾਇਆ ਕਰਦੇ ਸੀ। ਪੈਸੇ ਉਹ ਲੈ ਲਿਆ ਕਰਦਾ ਸੀ, ਕਿਸੇ ਲਾਲਚ 'ਚ ਨਹੀਂ, ਐਵੇਂ ਉਹਨਾਂ ਦਾ ਦਿਲ ਜਿੱਤਣ ਲਈ। ਪੈਸੇ ਲਏ ਹੁੰਦੇ ਤਾਂ ਕਚਹਿਰੀ 'ਚ ਮਜਬੂਰੀ 'ਚ ਬੋਲੇ ਸ਼ਬਦਾਂ ਤੇ ਵੀ ਪਰਦਾ ਪੈ ਜਾਂਦਾ। ਬਸ ਇਸੇ ਖਿਆਲ ਨਾਲ ਪੁਲਿਸ ਵਾਲੇ ਉਹਦੀ ਇਸ ਕਮਜ਼ੋਰੀ ਤੇ ਅਕਸਰ ਕੁਸਰ-ਮੁਸਰ ਕਰਦੇ। ਸਰਕਾਰੀ ਵਕੀਲ ਦੀ ਚੁੱਪ ਕਰਕੇ ਪੂਰਾ ਪੁਲਿਸ ਰਿਮਾਂਡ ਨਹੀਂ ਮਿਲਦਾ। ਤਫਤੀਸ਼ ਅਧੂਰੀ ਰਹਿ ਜਾਂਦੀ ਹੈ। ਅੱਤਵਾਦੀਆਂ ਨਾਲ ਹਮਦਰਦੀ ਰੱਖਦਾ ਹੈ। ਪਵਨ ਨੂੰ ਕੋਈ ਫਿਕਰ ਨਹੀਂ ਸੀ। ਮਹਿਕਮੇ ਵਾਲੇ ਕਿਹੜੇ ਫਾਹਾ ਲਾ ਦੇਣਗੇ। ਅਫਸਰ ਉੱਪਰੋਂ ਜੋ ਮਰਜ਼ੀ ਕਹਿਣ। ਉਂਝ ਹਦਾਇਤਾਂ ਸਾਫ਼ ਹਨ, ਆਪਣੀ ਜਾਨ ਬਚਾਓ, ਜੋ ਹੁੰਦਾ ਹੋਈ ਜਾਵੇ। ਫਿਰ ਵੀ ਜੇ ਕਿਸੇ ਨੂੰ ਉਹਦਾ ਪਿੱਛਾ ਕਰਨ ਦੀ ਜ਼ਰੂਰਤ ਪਈ ਤਾਂ ਕਿਉਂ। ਕੁਝ ਦਿਨ ਬੁਰਕੀ ਉਹਦੇ ਗਲੇ 'ਚ ਫੁੱਲਦੀ ਰਹੀ। ਹਰ ਕਦਮ ਉਹ ਫੂਕ ਧਰਦਾ। ਘਰੋਂ ਕਚਹਿਰੀਓਂ ਘਰੇ ਜਾਣ ਤੱਕ ਕਿਸੇ ਨਾ ਕਿਸੇ ਬਹਾਨੇ 1-2 ਸਿਪਾਹੀਆਂ ਨੂੰ ਨਾਲ ਰੱਖਦਾ। ਚਾਹੁੰਦਾ ਤਾਂ 1-2 ਸਿਕਿਉਰਿਟੀ ਗਾਰਡ ਵੀ ਮਿਲ ਸਕਦੇ ਸੀ। ਪਵਨ ਨੂੰ ਇਸ ਡਰਾਮੇ ਨਾਲ ਨਫ਼ਰਤ ਸੀ। ਇਹਨਾਂ ਵਿਚਾਰਿਆਂ ਨੇ ਆਪਣੀਆਂ ਜਾਨਾਂ ਗਵਾਉਣ ਤੋਂ ਸਿਵਾ ਕਿਸੇ ਦਾ ਕੁਝ ਸਵਾਰਿਆ ਭਲਾ। ਮੌਕੇ ਤੇ ਜਾਂ ਤਾਂ ਇਹਨਾਂ ਦੇ ਹਥਿਆਰਾਂ ਦੇ ਘੋੜੇ ਜਾਮ ਹੋ ਜਾਂਦੇ ਆ ਜਾਂ ਫਿਰ ਘੰਟਿਆਂ ਬਾਅਦ ਕੰਬਦੇ ਹੱਥਾਂ ਨਾਲ ਕੀਤੇ ਫਾਇਰ ਨਿਸ਼ਾਨੇ ਤੋਂ ਚੁੱਕ ਜਾਂਦੇ ਆ। ਗਾਰਡਾਂ ਦੀ ਰਿਹਾਇਸ਼ ਲਈ ਵੀ ਪਵਨ ਕੋਲ ਨਾ ਵਾਧੂ ਕਮਰਾ ਹੈ, ਨਾ ਹੀ ਟੈਂਟ ਗੱਡਣ ਲਈ ਖੁੱਲ੍ਹਾ ਲਾਨ। ਆਥਣ ਉੱਗਣ ਮੁਰਗੇ ਵਿਸਕੀਆਂ ਵੀ ਭਾਲਦੇ ਹਨ, ਨਹੀਂ ਤਾਂ ਉਹਨਾਂ ਨੂੰ ਕੀ ਚੱਟੀ ਪਈ ਆ ਵੀ ਕਿਸੇ ਮਲੰਗ ਖਾਤਰ ਜਾਨ ਤਲੀ ਤੇ ਧਰੀ ਫਿਰਨ। ਇਹਨਾਂ ਨੂੰ ਲੀਡਰਾਂ, ਸਰਦਾਰਾਂ, ਸੇਠਾਂ ਜਾਂ ਵੱਡੇ ਅਫਸਰਾਂ ਦੀਆਂ ਕੋਠੀਆਂ ਹੀ ਮੁਬਾਰਕ। ਉਂਝ ਗਾਰਦ ਕਿਹੜਾ, ਉਹਨੂੰ ਪਹਿਲੇ ਹੱਲੇ ਮਿਲ ਜਾਣੀ ਸੀ। ਖਤਰੇ ਦੇ ਪੱਕੇ ਸਬੂਤ ਚਾਹੀਦੇ ਹੈ। ਧਮਕੀਆਂ ਵਾਲੀਆਂ ਚਿੱਠੀਆਂ ਦਾ ਥੱਬਾ ਹੋਵੇ। ਉਹਨੂੰ ਤਾਂ ਹਾਲੇ ਤੱਕ ਇੱਕ ਵੀ ਚਿੱਠੀ ਨਹੀਂ ਆਈ। ਪੁਲਿਸ ਵਿਹਲੀ ਨਹੀਂ ਵੀ ਹਰ ਡਰਪੋਕ ਦੇ ਅੱਗੇ ਪਿੱਛੇ ਫਿਰਦੀ ਰਹੇ। ਹਾਲੇ ਤੱਕ ਤਾਂ ਇਹ ਡਰ ਉਹਨੇ ਆਪਣੇ ਸੀਨੇ 'ਚ ਹੀ ਦਬਾ ਰੱਖਿਆ ਸੀ। ਗਾਰਦ ਆ ਗਈ ਤਾਂ ਬੀਵੀ ਬੱਚਿਆਂ ਦੇ ਸਾਹ ਤਾਂ ਸੁੱਕਣੇ ਹੀ ਸਨ। ਗੁਆਂਢੀਆਂ ਨੇ ਵੀ ਬੜਾ ਉੱਠਣਾ ਸੀ। ਕੀ ਪਤਾ ਉਹਨੂੰ ਮਾਰਨ ਆਏ ਗੁਆਂਢੀਆਂ ਤੇ ਨਜ਼ਲਾਂ ਝਾੜ ਜਾਣ। ਡਰਦੇ ਨੇ ਕਿਸੇ ਦੇ ਪਵਨ ਕੋਲ ਨਹੀਂ ਖਲੋਣਾ। ਕੀ ਪਤਾ ਉਹਦੇ ਨਾਲ ਅਗਲਾ ਵੀ ਸ਼ਹੀਦ ਹੋ ਜਾਏ। ਹੋਰਾਂ ਨੂੰ ਕੁਝ ਹੋਵੇ ਜਾਂ ਨਾ, ਪਵਨ ਦੀ ਜਾਨ ਨੂੰ ਖਤਰਾ ਸੁਣ ਕੇ ਉਹਦੀ ਮਾਂ ਨੇ ਜ਼ਰੂਰ ਪ੍ਰਾਣ ਤਿਆਗ ਦੇਣੇ। ਉਹ ਤਾਂ ਪਹਿਲਾਂ ਹੀ ਹਾਲ ਦੁਆਈ ਦਿੰਦੀ ਰਹਿੰਦੀ ਹੈ। ਅੱਗ 'ਚ ਖੇਡਣ ਨਾਲੋਂ ਤਾਂ ਨੌਕਰੀ ਚੰਗੀ, ਛੱਡੀ ਭਲੀ, ਘਰੇ ਖਾਣ ਨੂੰ ਹੈਗਾ। ਬਸ ਪਵਨ ਹੀ ਜਿੱਦ ਫੜੀ ਬੈਠਾ ਸੀ। ਇਹ ਕਾਲੇ ਦਿਨ ਕਦੀ ਕੋਈ ਸਦੀਆਂ ਤਾਂ ਨਹੀਂ ਰਹਿਣੇ।
ਵਧੀਆ ਸਟੇਟਸ ਹੈ, ਐਵੇਂ ਥੋੜਾ ਛੱਡ ਦੇਣਾ। ਆਪਣੀ ਰੱਖਿਆ ਆਪ ਕਰਨ ਦੀ ਨੀਅਤ ਨਾਲ ਉਹ ਲੋੜੋਂ ਵੱਧ ਚੌਕਸ ਰਹਿਣ ਲੱਗਾ। ਹਰ ਅਣਜਾਣਾ ਬੰਦਾ ਉਹਨੂੰ ਸ਼ੱਕੀ ਲੱਗਦਾ। ਗਿਰਜ ਵਾਂਗ ਉਹਦੀਆਂ ਤੇਜ਼ ਨਿਗਾਹਾਂ ਮੀਲਾਂ ਤੱਕ ਘੋਖ ਕਰਦੀਆਂ ਰਹਿੰਦੀਆਂ। ਕੋਈ ਦੂਸਰੀ ਵਾਰ ਦਫ਼ਤਰ ਅੱਗੋਂ ਲੰਘ ਜਾਂਦਾ ਜਾਂ ਸਾਹਮਣੇ ਖੜੋ ਕੇ ਮੁੱਛ ਮਰੋੜ ਜਾਂਦਾ, ਉਹਦਾ ਦਿਲ ਤੱਕ ਤੱਕ ਕਰਨ ਲੱਗਦਾ। ਝੱਟ ਸਿਪਾਹੀ ਉਹਦੇ ਪਿੱਛੇ ਲਾ ਦਿੰਦਾ। ਜਿੰਨਾ ਚਿਰ ਉਸ ਗਰੀਬ ਦੀ ਪੂਰੀ ਸ਼ਨਾਖਤ ਨਾ ਹੋ ਜਾਂਦੀ, ਉਹਦਾ ਮਨ ਨਾ ਟਿਕਦਾ। 10-15 ਦਿਨ ਇਸੇ ਤਰ੍ਹਾਂ ਗੁਜ਼ਰੇ ਤਾਂ ਮਨ ਥੋੜਾ ਥੋੜਾ ਥਾਂ ਸਿਰ ਆਉਣ ਲੱਗਾ। ਜੇ ਉਹਨਾਂ ਪਵਨ ਨੂੰ ਮਾਰਨਾ ਹੁੰਦਾ ਤਾਂ ਇੰਨੇ ਦਿਨ ਨਹੀਂ ਸੀ ਪੈਣ ਦਿੰਦੇ। ਹੁਣ ਉਹਨੇ ਹੱਥੇ ਦਾ ਉਹਦਾ ਕਦੋਂ ਦਾ ਅਰਦਾਸਾ ਸੋਧਿਆ ਹੁੰਦਾ, ਹੋਰ ਨਹੀਂ ਤਾਂ ਇੱਕ ਅੱਧ ਚਿੱਠੀ ਜ਼ਰੂਰ ਅੱਪੜ ਜਾਂਦੀ। ਪਹਿਲੀ ਘਟਨਾ ਨੂੰ ਵਹਿਮ ਸਮਝ ਕੇ ਮੁੜ ਸੈਰ ਸ਼ੁਰੂ ਕਰਨ ਦਾ ਪ੍ਰੋਗਰਾਮ ਬਣਾਇਆ ਹੀ ਸੀ ਕਿ ਨਵੀਂ ਘਟਨਾ ਘਟ ਗਈ। ਕੱਲ ਕੁਸ ਮਸਾਜੇ ਹੁੰਦਿਆਂ ਦੋ ਨੌਜਵਾਨਾਂ ਨੇ ਉਹਦੀ ਕੋਠੀ ਦੀ ਬੈਲ ਖੜਕਾਈ ਸੀ। ਇੱਕ ਸਕੂਟਰ ਸਟਾਰਟ ਕਰੀ ਗਲੀ 'ਚ ਖੜਾ ਰਿਹਾ, ਦੂਜਾ ਬੁੱਕਲ ਮਾਰੀ ਪਵਨ ਦੀ ਪਤਨੀ ਤੋਂ ਉਹਦਾ ਥਹੁ ਟਿਕਾਣਾ ਪੁੱਛਦਾ ਰਿਹਾ। ਚੰਗੀ ਕਿਸਮਤ ਨੂੰ ਜੇ ਉਹ ਬਾਜ਼ਾਰ ਨਾ ਗਿਆ ਹੁੰਦਾ ਤਾਂ ਭਾਣਾ ਕੱਲ ਹੀ ਵਰਤ ਗਿਆ ਹੁੰਦਾ। ਲੱਖ ਯਤਨ ਕਰਨ ਤੇ ਵੀ ਪਤਨੀ ਉਹਨਾਂ ਵਿੱਚੋਂ ਕਿਸੇ ਨੂੰ ਪਛਾਣ ਨਹੀਂ ਸਕੀ। ਇੰਨਾ ਕੁ ਦੱਸਦੀ ਸੀ ਕਿ ਉਹ ਪਹਿਲਾਂ ਕਦੇ ਨਹੀਂ ਆਈ। 20-25 ਦੇ ਦਰਮਿਆਨ ਸਨ ਤੇ ਨਾਂ ਲੈ ਕੇ ਉਸੇ ਨੂੰ ਪੁੱਛ ਰਹੇ ਸੀ। ਇਹ ਤੋਂ ਪਿੱਛੋਂ ਵੀ ਸ਼ੱਕ 'ਚ ਰਹਿਣਾ ਬੇਵਕੂਫੀ ਸੀ। ਆਪਣੀ ਜਾਣ ਪਛਾਣ ਵਾਲੀਆਂ ਸਭ ਥਾਵਾਂ ਤੇ ਉਹਨੇ ਪੁੱਛ ਪੜਤਾਲ ਕੀਤੀ, ਕਿਸੇ ਨੂੰ ਵੀ ਉਸ ਵੱਲ ਬੰਦੇ ਨਹੀਂ ਸੀ ਘੱਲੇ। ਸਵੇਰ ਤੱਕ ਉਹਨੇ ਬਹੁਤੀ ਪਰਵਾਹ ਨਹੀਂ ਕੀਤੀ। ਜਿਹਨੂੰ ਕੰਮ ਹੋਊ ਆਪੇ ਸਵੇਰੇ ਆਤਮਕੂ। ਜਦੋਂ ਦੁਪਹਿਰ ਤੱਕ ਵੀ ਕੋਈ ਨਾ ਪੜਿਆ, ਉਹਦੇ ਫਿਕਰਾਂ ਦੀ ਪੰਡ ਭਾਰੀ ਹੋ ਗਈ। ਰਾਤ ਪੈਂਦਿਆਂ ਹੀ ਮੌਤ ਉਹਨੂੰ ਸਰਾਣੇ ਖੜੀ ਦਿਖਾਈ ਦੇਣ ਲੱਗੀ। ਪਤਨੀ ਦੇ ਮਨਾ ਕਰਦਿਆਂ ਵੀ 2 ਵੱਡੇ ਪੈਗ ਉਹਨੇ ਅੰਦਰ ਸੁੱਟ ਲਏ। ਬਿੰਦ ਝੱਟ ਨੂੰ ਨਸ਼ੇ ਦੀ ਲੋਰ ਚਾਪੇ ਨੀਂਦ ਆ ਜਾਏਗੀ। ਅਗਲੇ ਦਿਨ ਕੋਈ ਹੀਲਾ ਸੋਚੇਗਾ, ਉਹਦਾ ਖਿਆਲ ਸੀ। ਵਿਆਹਤਾ ਜੀਵਨ ਦੇ 10 ਸਾਲਾਂ 'ਚ ਇਹ ਪਹਿਲੀ ਵਾਰ ਸੀ ਕਿ ਉਹਨੂੰ ਆਪਣੀ ਪਤਨੀ ਤੇ ਤਰਸ ਆਉਣ ਲੱਗਾ ਸੀ। ਉਹਨੂੰ ਆਪੇ ਤੋਂ ਨਫ਼ਰਤ ਹੋ ਰਹੀ ਸੀ। ਉਹਦੇ ਤੁਰ ਜਾਣ ਬਾਅਦ ਦੁੱਖਾਂ ਦਾ ਸਭ ਤੋਂ ਲੰਬਾ ਸਫ਼ਰ ਉਹਨੇ ਕਰਨਾ ਸੀ। ਉਸੇ ਪਤਨੀ ਦੀਆਂ ਅੱਖਾਂ 'ਚ ਮਰਦੇ ਦਮ ਤੱਕ ਹੰਝੂਆਂ ਦੀ ਝੜੀ ਲੱਗੀ ਰਹਿਣੀ ਸੀ, ਜਿਹਨੂੰ ਹਾਲੇ ਤੱਕ ਉਹਨੇ ਆਪਣੀ ਪਤਨੀ ਨਹੀਂ ਮੰਨਿਆ। ਲੱਖਾਂ ਰੁਪਏ ਕਮਾ ਕੇ ਵੀ ਧੇਲਾ ਉਹਦੀ ਹਥੇਲੀ ਤੇ ਨਹੀਂ ਰੱਖਿਆ। ਮਨਪਸੰਦ ਦੀ ਸਾੜੀ ਨਹੀਂ ਖਰੀਦੀ, ਕਿਸੇ ਪਾਰਟੀ ਤੇ ਨਹੀਂ ਲੈ ਕੇ ਗਿਆ ਤੇ ਕਦੇ ਖਿੜੇ ਮੱਥੇ ਉਹਦੇ ਰਿਸ਼ਤੇਦਾਰਾਂ ਨੂੰ ਮੂੰਹ ਨਹੀਂ ਲਾਇਆ। ਉਹਦੀ ਜ਼ਰੂਰੀ ਲੋੜ ਵੀ ਵਗਾਰ ਵਰਗੀ ਲੱਗਦੀ ਸੀ। ਆਮ ਵਾਂਗ ਜਲਦੀ ਸੌਂ ਗਈ ਪਤਨੀ ਨੂੰ ਉਹਨੇ ਮੋਹ ਭਰਿਆ ਹੱਥ ਫੇਰ ਕੇ ਉਠਾਇਆ। ਝੱਲਿਆਂ ਵਾਂਗ ਗੱਲਾਂ ਕਰਦਾ ਰਿਹਾ। ਪਵਨ ਦੀਆਂ ਗੱਲਾਂ ਸੁਣ ਉਹਦੀ ਪਤਨੀ ਦਾ ਮੂੰਹ ਅੱਡੇ ਦਾ ਅੱਡਿਆ ਰਹਿ ਗਿਆ। ਸੱਚਮੁੱਚ ਉਹਨਾਂ ਕੋਲ ਇੰਨੇ ਪੈਸੇ ਹਨ? ਉਹਦੀ ਮੰਗਲ ਸੂਤਰ ਦੀ ਮੰਗ ਤਾਂ 5 ਸਾਲਾਂ ਤੋਂ ਪੈਸਿਆਂ ਕਾਰਨ ਲਟਕਦੀ ਆ ਰਹੀ ਹੈ। ਅੱਜ ਉਹ ਆਖ ਰਿਹਾ ਬਠਿੰਡੇ ਵਾਲਿਆਂ ਕੋਲ 1 ਨੰਬਰ ਦੇ 2 ਲੱਖ ਜਮ੍ਹਾਂ ਹਨ। ਦਿੱਲੀ ਪਟਿਆਲਾ ਬੈਂਕਾਂ ਵਿਚਲੇ ਲੋਕਰ 'ਚ ਸੋਨੇ ਦੇ 10 ਬਿਸਕਟ ਰੱਖੇ ਹਨ। ਚਾਬੀ ਭੂਆ ਦੇ ਪੁੱਤਰ ਕੋਲ ਹੈ। ਲੁਧਿਆਣੇ ਵਾਲਿਆਂ ਦੇ ਕੋਲ 2 ਨੰਬਰ ਦਾ 1 ਲੱਖ ਰੁਪਇਆ ਹੈ। ਸੁੱਖ ਰਹੀ ਤਾਂ ਉਹ ਕੱਲ ਹੀ ਰਕਮ ਫੜ ਲਿਆਏਗਾ। ਸਾਰੇ ਪੈਸੇ ਪਤਨੀ ਸੰਗੀਤਾ ਨੂੰ ਫੜਾ ਦੇਗਾ। ਜਿਵੇਂ ਮਰਜ਼ੀ ਖਰਚ ਕਰੇ, ਪੈਸੇ ਦਾ ਹਿਸਾਬ ਨਹੀਂ ਲਏਗਾ। ਆਖਰ ਸੰਗੀਤਾ ਉਹਦੀ ਘਰ ਵਾਲੀ ਹੈ। ਪਹਿਲੀ ਵਾਰ ਉਹਨੇ ਪਤਨੀ ਦੇ ਮਨ ਭਾਉਂਦਾ ਪਿਆਰ ਕੀਤਾ। ਅਜੀਬ ਜਿਹਾ ਸਕੂਨ ਹਾਸਲ ਕਰਕੇ ਉਹ ਗਹਿਰੀ ਨੀਂਦ ਸੌਂ ਗਈ। ਉਹ ਚਾਹੁੰਦਾ ਸੀ ਪਤਨੀ ਨਾਲ ਸਾਰੀ ਰਾਤ ਗੱਲਾਂ ਕਰਦਾ ਰਹੇ। ਜਿੰਨਾ ਚਿਰ ਉਹ ਜਾਗਦੀ ਰਹੀ ਮਨ ਟਿਕਿਆ ਰਿਹਾ। ਸੌਂ ਗਈ ਤਾਂ ਡਰ ਮੂੰਹ ਨੂੰ ਆਉਣ ਲੱਗਾ। ਥੋੜੀ ਜਿਹੀ ਆਹਟ ਵਿੱਚ ਉਹਨੂੰ ਮੌਤ ਦਾ ਸੁਨੇਹਾ ਸੁਣਾਈ ਦੇਣ ਲੱਗਾ। ਸੰਗੀਤਾ ਨੂੰ ਜਗਾਉਣ ਦੀ ਉਹਦੀ ਹਿੰਮਤ ਨਾ ਪਈ। ਕੀ ਪਤਾ ਇਹ ਅਮਨ ਚੈਨ ਨਾਲ ਸੌਣ ਵਾਲੀ ਸੰਗੀਤਾ ਦੀ ਆਖਰੀ ਰਾਤ ਹੀ ਹੋਵੇ। ਕੀ ਪਤਾ ਕੱਲ ਨੂੰ ਉਹਨੂੰ ਪਵਨ ਦੀ ਲਾਸ਼ ਦੁਆਲੇ ਬੈਠ ਕੇ ਕੀਰਨੇ ਪਾਉਣੇ ਪੈਣ। ਦਿਲ ਕਰੜਾ ਕਰਕੇ ਉਹਨੇ ਇਕੱਲੇ ਹੀ ਸੰਤਾਪ ਭੋਗਣ ਦਾ ਮਨ ਬਣਾਇਆ। ਲੈ ਧੀਏ, ਹੁਣ ਮੈਂ ਤੈਨੂੰ ਕਦੇ ਨਹੀਂ ਮਾਰਾਂਗਾ। ਪੜ੍ਹਨਾ ਹੋਊ ਪੜ੍ਹੀ, ਨਹੀਂ ਪੜ੍ਹਨਾ ਹੋਊ ਨਾ ਪੜ੍ਹੀ। ਤੇਰਾ ਧੁੰਦਲਾ ਭਵਿੱਖ ਤੇਰੇ ਹਵਾਲੇ। ਬੇਟੀ ਨੀਰਜ ਦੇ ਸਹਿਮੇ ਚਿਹਰੇ ਨੂੰ ਵੇਖ ਕੇ ਪਵਨ ਦਾ ਗੱਚ ਭਰ ਆਇਆ। ਕਿਹੋ ਜਿਹਾ ਬਾਪ ਸੀ ਉਹ। ਕਚਹਿਰੀਆਂ ਵਾਲਾ ਰੋਹਬ ਘਰ ਵੀ ਲੈ ਆਇਆ। ਪਵਨ ਦੇ ਘਰ ਵੜਦਿਆਂ ਹੀ ਡਰੀ ਸਹਿਮੀ ਉਹ ਲੁਕੀ ਰਹਿੰਦੀ। ਪੜ੍ਹਾਉਣ ਲੱਗਿਆ ਭੁੱਲ ਜਾਂਦਾ। ਨੀਰਜ ਪਵਨ ਜਿੱਡੀ ਨਹੀਂ, 10 ਮਿੰਟ ਪੜ੍ਹਾਉਂਦਾ ਤਾਂ 20 ਵਾਰ ਕੁੱਟਦਾ। ਕਈ ਵਾਰ ਸੁੱਤੀ ਪਈ ਉਹ ਬੜਾਉਣ ਲੱਗਦੀ, ਉੱਚੀ ਪਹਾੜਾ ਸੁਣਾਉਂਦੀ। ਪਵਨ ਦੇ ਮਰਨ ਨਾਲ ਸ਼ਾਇਦ ਇੱਕ ਵਾਰ ਤਾਂ ਸੁੱਖ ਦਾ ਸਾਹ ਲਏਗੀ ਵਿਚਾਰੀ ਨੀਰਜ। ਬੱਚਿਆਂ ਪ੍ਰਤੀ ਜਾਗੇ ਮੋਹ ਨੇ ਪਵਨ ਨੂੰ ਮਾਂ ਪਿਓ ਦੀ ਯਾਦ ਦਿਵਾ ਦਿੱਤੀ। ਕਦੇ ਉਹਨਾਂ ਦੀ ਸੁਖਾਲੇ ਬੁਢਾਵੇ ਦੇ ਸੁਪਨੇ ਲੈ ਕੇ ਉਹਨੂੰ ਰੀਝਾਂ ਨਾਲ ਵੱਡਾ ਕੀਤਾ ਹੋਣਾ। ਬਾਪ ਤਾਂ ਅਧੂਰੀਆਂ ਸੱਧਰਾਂ ਲਈ ਜਵਾਨੀ 'ਚ ਚਿਤਾ 'ਚ ਜਾ ਚੜਿਆ। ਮਾਂ ਦੇ ਸੁਪਨਿਆਂ ਦਾ ਗਲਾ ਘੁੱਟ ਕੇ ਸੈਂਕੜੇ ਮੀਲ ਦੂਰੋਂ ਇੱਥੇ ਆ ਬੈਠਾ। ਕਦੇ ਪਾਸਾ ਥਲਣ ਇੱਥੇ ਆ ਜਾਵੇ। ਪਵਨ ਦਾ ਸਾਹ ਘੁੱਟਣ ਲੱਗਦਾ। ਸਾਰੇ ਟੱਬਰ ਦੇ ਖਾਣ ਪੀਣ, ਉੱਠਣ ਬੈਠਣ, ਪੜ੍ਹਨ ਲਿਖਣ 'ਚ ਵਿਘਨ ਪੈ ਜਾਂਦਾ। 5-7 ਦਿਨੀ ਉਹਨੂੰ ਪਿੰਡ ਵਾਲੀ ਬੱਸ ਬਿਠਾ ਆਉਂਦਾ।
ਪਿਓ ਗਿਆ ਸੋ ਗਿਆ। ਮਾਂ ਨੂੰ ਮਨ ਮਹਿਸੂਸ ਕਿ ਉਹ ਮਰਨ ਨਹੀਂ ਦੇਗਾ। ਲੜਾਈ ਉਹਦੇ ਵੱਡੇ ਭਰਾ ਨਾਲ ਹੈ। ਮਾਂ ਤਾਂ ਸਭ ਦੀ ਸਾਂਝੀ ਹੁੰਦੀ ਹੈ। ਪਿੰਡ ਵਾਲੀ ਬੈਂਕ 'ਚ ਉਹਦੇ ਬਥੇਰੇ ਪੈਸੇ ਜਮ੍ਹਾਂ ਹੈ। ਚੈੱਕ ਬੁੱਕ ਮਾਂ ਦੇ ਹਵਾਲੇ ਘਰ ਆਏਗਾ। ਪੁੰਨ ਕਰੇ, ਤੀਰਥਾਂ ਤੇ ਲੈ ਜਾਏ, ਦੋਤੀਆਂ ਪੋਤੀਆਂ ਨੂੰ ਦੇਵੇ, ਉਹਦੀ ਮਰਜ਼ੀ। ਵੱਡੇ ਭਰਾ ਰਮੇਸ਼ ਤੋਂ ਮਾਫੀ ਮੰਗਣ ਲਈ ਵੀ ਉੱਤਰਲੋ ਮੱਛੀ ਹੋ ਰਿਹਾ ਸੀ। ਇੱਕੋ ਥਾਲੀ 'ਚ ਰੋਟੀ ਖਾਦਿਆਂ ਕਿੰਨੇ ਵਰੇ ਬੀਤ ਗਏ ਹਨ। ਜਿਉਂਦਿਆਂ ਉਹ ਲੱਖ ਪਵਨ ਨੂੰ ਬੁਰਾ ਭਲਾ ਕਹਿੰਦਾ ਰਹੇ, ਮਰਨ ਪਿੱਛੋਂ ਉਸੇ ਨੂੰ ਪਵਨ ਦੇ ਬੱਚਿਆਂ ਦੇ ਸਿਰ ਤੇ ਹੱਥ ਰੱਖਣਾ ਪੈਣਾ। ਉਹਦੀ ਪਤਨੀ ਕਿਹੜੇ ਮੂੰਹ ਰਮੇਸ਼ ਦੀ ਦੇਹਲੀ ਚੜੇਗੀ। ਪਵਨ ਨੇ ਤਾਂ ਉਹਨੂੰ ਉਜਾੜਨ ਦੀ ਕੋਈ ਕਸਰ ਨਹੀਂ ਛੱਡੀ। ਅਖੇ ਮਾਂ, ਜੇ ਮੈਂ ਥਾਣੇਦਾਰ ਬਣ ਗਿਆ ਤਾਂ ਪਹਿਲਾਂ ਤੇਰੇ ਹੀ ਹੱਡ ਭੰਨੂ। ਸਰਕਾਰੀ ਵਕੀਲ ਨੇ ਪੁਲਿਸ ਤੋਂ ਫਾਇਦਾ ਉਠਾਇਆ ਵੀ ਤਾਂ ਵੱਡੇ ਭਰਾ ਦੇ ਡੰਡਾ ਫਰਾਉਣ ਲਈ, ਤਮਾਸ਼ਬੀਨਾਂ ਦੇ ਚੁੱਕੇ ਚੁਕਾਏ ਐਵੇਂ ਹੈਂਕੜ ਦਿਖਾਉਣ ਲਈ। ਝਗੜਾ ਵੀ ਕੀ ਸੀ? ਖਾਲੀ ਪਲਾਟ ਦਾ ਇੱਕ ਛੋਟਾ ਜਿਹਾ ਟੁਕੜਾ ਰਮੇਸ਼ ਦੇ ਨਾਲ ਲੱਗਦਾ। ਵਾਧੂ ਘਾਟੂ ਸਮਾਨ ਰੱਖ ਲੈਂਦਾ ਸੀ ਤਾਂ ਉਹਦਾ ਕੀ ਵਿਗੜਦਾ ਸੀ। ਉਹ ਕਿਰਾਇਆ ਦੇਣ ਨੂੰ ਵੀ ਤਿਆਰ ਸੀ। ਨਾਲ ਲੱਗਦੀ ਜਗ੍ਹਾ ਦਾ ਸੁੱਖ ਤੱਕਦਾ ਸੀ ਤੇ ਜਗ੍ਹਾ ਖਾਲੀ ਕਰਕੇ ਕਿਹੜਾ ਉਹ ਭੁੱਖਾ ਮਰਨ ਲੱਗ ਪਿਆ। ਕੰਧ ਤੇ ਜਾ ਬੈਠੇ ਡੱਬੂਆਂ ਨੇ ਮਾਮੂਲੀ ਜਿਹੇ ਮਸਲੇ ਨੂੰ ਕੱਚੀ ਲੱਸੀ ਵਾਂਗ ਵਧਾ ਕੇ ਥਾਣੇ ਕਚਹਿਰੀਆਂ ਤੱਕ ਪਹੁੰਚਾਤਾ। ਘੜੀ ਤੇ 2 ਨਾ ਵੱਜੇ ਹੁੰਦੇ ਤਾਂ ਗੁਆਂਢੀਆਂ ਦੇ ਜਾ ਕੇ ਹੁਣੇ ਟੈਲੀਫੋਨ ਤੇ ਗੱਲ ਕਰਦਾ। ਆਖਰ 9 ਮਾਸ ਦਾ ਰਿਸ਼ਤਾ ਹੈ। 2 ਗਿੱਠਾਂ ਜਗ੍ਹਾ ਖਾਤਰ ਕਿੰਨਾ ਕੁ ਚਿਰ ਮੂੰਹ ਮੋਟਾ ਰੱਖਣਗੇ। ਉਹਦੇ ਬੱਚਿਆਂ ਨੇ ਤਾਂ ਪਤਾ ਨਹੀਂ ਕਿੱਥੇ ਕਿੱਥੇ ਧੱਕੇ ਖਾਣੇ ਆ। ਭਰਾ ਤਾਂ ਸੁਖੀ ਵੈਸੇ, ਵਾਧੂ ਘਾਟੂ ਸਮਾਨ ਤਾਂ ਕੀ ਉਹ ਭਾਵੇਂ ਹਵੇਲੀ ਉਸਾਰ ਲਏ। ਕਿੰਨਾ ਹੀ ਕੁਝ ਚਾਹ ਰਿਹਾ ਸੀ ਪਵਨ, ਪਰ ਸਮਾਂ ਇੰਨਾ ਥੋੜਾ ਸੀ ਕਿ ਕੁਝ ਵੀ ਨੇਪਰੇ ਚੜਨ ਦੀ ਆਸ ਨਹੀਂ ਸੀ। ਕੀ ਪਤਾ ਕਦੇ ਕੋਈ ਕੁੰਡਾ ਖੜਕਾ ਦੇਵੇ, ਕਦੇ ਕੋਈ ਕੰਧ ਟੱਪ ਪਾਏ। ਚੰਗਾ ਹੋਏ ਜੇ ਉਹ ਪਵਨ ਦੇ ਜਾਗਦਿਆਂ ਆ ਜਾਣ। ਚੰਗਾ ਹੋਏ ਮਾਰਨ ਤੋਂ ਪਹਿਲਾਂ ਉਹਦੀ ਬੇਨਤੀ ਸੁਣ ਲੈਣ। ਹੱਥ ਬੰਨ੍ਹ ਕੇ ਉਹ ਆਖੇਗਾ, ਮੇਰੇ ਸਾਰੇ ਟੱਬਰ ਨੂੰ ਮਾਰ ਦਿਓ, ਪਿੱਛੋਂ ਇਹਨਾਂ ਬੁਰੇ ਦਿਨਾਂ ਨੂੰ ਯਾਦ ਕਰਕੇ ਕੀਰਨੇ ਪਾਉਣ ਵਾਲਾ ਕੋਈ ਨਾ ਰਹੇ। ਉਹਦੇ ਚਾਹਣ ਜਾਂ ਨਾ ਚਾਹਣ ਦਾ ਕੀ ਹੈ? ਉਹ ਤਾਂ ਚਾਹੁੰਦਾ ਉਹਦੀ 2 ਘੜੀ ਅੱਖ ਲੱਗ ਜਾਏ, ਅੱਖਾਂ ਦੀ ਰੜਕ ਥੋੜੀ ਮੱਠੀ ਪਵੇ ਤੇ ਮਨ ਦਾ ਬੋਝ ਹਲਕਾ ਹੋਵੇ। ਵਿਸਕੀ ਤਾਂ ਕੋਈ ਅਸਰ ਨਹੀਂ ਕਰ ਸਕੀ। ਮਲਕੜੇ ਜੇ ਉੱਠ ਕੇ ਉਹਨੇ ਦਵਾਈਆਂ ਵਾਲਾ ਡੱਬਾ ਖੋਲ੍ਹਿਆ। ਸੰਗੀਤਾ ਦੀਆਂ ਨੀਂਦ ਵਾਲੀਆਂ ਗੋਲੀਆਂ ਹੀ ਸ਼ਾਇਦ ਕੁਝ ਰਾਹਤ ਦਿਵਾ ਦੇਣ। ਜਦੋਂ ਤੋਂ ਸੰਗੀਤਾ ਨੂੰ ਪਵਨ ਦੇ ਅਨੀਤਾ ਨਾਲ ਇਸ਼ਕ ਦੀ ਭਿਣਕ ਪਈ ਹੈ, ਉਹ ਅੰਦਰੋਂ ਅੰਦਰ ਖੁਰਦੀ ਜਾ ਰਹੀ ਹੈ। ਜਦੋਂ ਮਨ ਉਖੜਦਾ ਤਾਂ ਇਹੋ ਗੋਲੀਆਂ ਉਹਦਾ ਸਹਾਰਾ ਬਣੀਆਂ ਹਨ। ਗੱਲਾਂ 'ਚ ਪਵਨ ਨੇ ਉਹਨੂੰ 20 ਵਾਰੀ ਸਮਝਾਇਆ ਹੈ, ਅਨੀਤਾ ਨਾਲ ਹੁਣ ਉਹਦਾ ਕੋਈ ਵਾਸਤਾ ਨਹੀਂ। ਉਹਨੂੰ ਤਾਂ ਵਿਆਹਿਆ ਵੀ ਵਰ੍ਹਾ ਹੋ ਗਿਆ। ਜਨਮਾਂਤਰਾਂ ਤੱਕ ਸਾਥ ਨਿਭਾਉਣ ਦੇ ਵਾਅਦੇ ਕਰਨ ਵਾਲੀ ਅਨੀਤਾ ਭੁੱਲ ਭੁਲੇਖੇ ਕਦੇ ਟੱਕਰ ਵੀ ਜਾਏ ਤਾਂ ਡਰੀ ਸਹਿਮੀ ਇਸ਼ਕ ਦੀ ਕਹਾਣੀ ਨੂੰ ਦਫਨ ਕਰਨ ਦੇ ਤਰਲੇ ਕਰਦੀ ਹੈ। ਚਿੱਠੀਆਂ, ਗ੍ਰੀਟਿੰਗਾਂ ਤੇ ਫੋਟੋਆਂ ਨੂੰ ਹੱਥੀਂ ਸਾੜ ਕੇ ਵੀ ਉਹਨੂੰ ਯਕੀਨ ਨਹੀਂ ਆਇਆ। ਪਵਨ ਦੇ ਨਾਲ ਹੀ ਅਨੀਤਾ ਦੇ ਫਿਕਰ ਵੀ ਮਿਟ ਜਾਣਗੇ। ਪਿੱਛੋਂ ਪਾਰਸ ਬਣੀ ਅਨੀਤਾ ਨੂੰ ਸਤੀ ਸਵਿਤਰੀ ਵਾਲਾ ਜੀਵਨ ਜਿਉਣ 'ਚ ਕੋਈ ਦਿੱਕਤ ਨਹੀਂ ਹੋਏਗੀ। ਅਨੀਤਾ ਨੂੰ ਮੁਬਾਰਕਾਂ ਦਿੰਦਾ ਪੂਰੀਆਂ 3 ਗੋਲੀਆਂ ਨਿਗਲ ਗਿਆ। ਜ਼ਿੰਦਗੀ ਦੇ ਕੌੜੇ ਮਿੱਠੇ ਸੱਚਾਂ ਨੂੰ ਫੋਲਦਿਆਂ ਉਹਨੂੰ ਲੱਗਾ ਸ਼ਾਇਦ ਸੱਚਮੁੱਚ ਉਹਦੀ ਅੱਖ ਲੱਗ ਗਈ ਸੀ। ਨਹੀਂ ਤਾਂ ਬਦਲੀ ਦੇ ਆਰਡਰਾਂ ਨੂੰ ਪੜ੍ਹ ਖੁਸ਼ ਹੋਣ ਦਾ ਕੀ ਮਤਲਬ? ਇਹ ਸੁਪਨਾ ਨਹੀਂ ਤਾਂ ਕੀ ਸੀ? ਬਦਲੀ ਦਾ ਖਿਆਲ ਉਹਦੇ ਡੋਲਦੇ ਮਨ ਨੂੰ ਬਹੁਤਾ ਚਿਰ ਠੁੰਮਣਾ ਨਾ ਦੇ ਸਕਿਆ। ਆਪਣੇ ਪੂਰੇ ਰਸੂਖ ਵਰਤ ਕੇ ਬਦਲੀ ਇਨੀ ਦਿਨੀ ਵੀ ਕਰਾ ਸਕਦਾ ਹੈ, ਪਰ ਬਦਲੀ ਕਰਾ ਕੇ ਇਹ ਛੋਟੀ ਜੀ ਪੰਜਾਬੜੀ 'ਚ ਜਾਏਗਾ ਵੀ ਕਿੱਥੇ? ਜਿਹੜਾ ਇੱਕ ਵਾਰ ਹਿੱਟ ਲਿਸਟ ਤੇ ਚੜ ਗਿਆ ਉਹ ਭਾਵੇਂ 7ਵੇਂ ਅਸਮਾਨ ਤੇ ਜਾ ਲੂ ਕੇ ਮਜਾਲ ਹੈ ਬਚ ਜਾਏ। ਜੱਜ, DIG, SP, DSP ਕਿੰਨੇ ਹੀ ਹੋਰ, ਕਿਸੇ ਨੂੰ ਕੋਈ ਵੀ ਢੰਗ ਬਚਾ ਨਹੀਂ ਸਕਿਆ। ਪੰਜਾਬ ਛੱਡ ਕੇ ਵੀ ਨਹੀਂ ਜਾ ਸਕੇਗਾ। ਜਾਏਗਾ ਕਿੱਥੇ? ਪੰਜਾਬ ਦੇ 2 ਜ਼ਿਲ੍ਹਿਆਂ ਤੋਂ ਬਾਹਰ ਤਾਂ ਉਹਦੀ ਜਾਣ ਪਛਾਣ ਵੀ ਨਹੀਂ, ਰਿਸ਼ਤੇਦਾਰੀ ਤਾਂ ਛੱਡੋ। ਬਾਹਰ ਜਾ ਕੇ ਕਰੇਗਾ ਵੀ ਕੀ? ਇੱਥੇ ਤਾਂ ਉਹਦੀ ਵਕਾਲਤ ਦਾ ਸਿੱਕਾ ਚੱਲਦਾ। ਫੱਟਾ ਲਾ ਕੇ ਬੈਠ ਜਾਏ ਤਾਂ ਵੀ ਹਜ਼ਾਰਾਂ ਰੁਪਏ ਮਹੀਨਾ ਕਮਾ ਸਕਦਾ। ਬਾਹਰ ਤਾਂ ਕਿਸੇ ਨੇ ਦਿਹਾੜੀ ਤੇ ਵੀ ਨਹੀਂ ਲਾਉਣਾ। ਨਲਕੇ 'ਚੋਂ ਕਦੀ ਪਾਣੀ ਦੀ ਬਾਲਟੀ ਭਰਨੀ ਪੈ ਜਾਏ ਤਾਂ 3 ਦਿਨ ਢੂਈ ਦੁਖਦੀ ਰਹਿੰਦੀ ਹੈ। ਵਪਾਰ ਲਈ ਨਾ ਤਜਰਬਾ, ਨਾ ਸਾਥੀ ਸੰਗੀ। ਸ਼ੌਕ 'ਚ ਪੰਜਾਬ ਛੱਡ ਕੇ ਗਏ, ਨੰਗ ਮਲੰਗ ਹੋ ਕੇ ਮੁੜ ਆਏ। ਹੁਣ ਆਖਦੇ ਨੇ ਬਾਹਰ ਭੁੱਖੇ ਮਰਨ ਨਾਲੋਂ ਤਾਂ ਇੱਥੇ ਗੋਲੀ ਖਾ ਕੇ ਮਰਨਾ ਚੰਗਾ। ਪਵਨ ਲਈ ਤਾਂ ਗੋਲੀ ਵੀ ਤਿਆਰ ਹੈ, ਕਿਸੇ ਵੀ ਸਮੇਂ ਠੂ ਹੋ ਸਕਦੀ ਹੈ। ਕੋਈ ਵਾਰਨਿੰਗ ਨਹੀਂ, ਕਿਸੇ ਨੂੰ ਕੋਈ ਗਿਲਾ ਸ਼ਿਕਵਾ ਨਹੀਂ। ਕਿਉਂ ਮਾਰਨਗੇ ਉਹ ਭਲਾ ਤੈਨੂੰ? ਐਵੇਂ ਉਹ ਡਰਪੋਕਾਂ ਵਾਲੀ ਆਦਤ। ਡੁੱਬਦੇ ਪਵਨ ਕੋਲ ਇੱਕ ਇਹੋ ਤਿਨਕੇ ਦਾ ਸਹਾਰਾ ਸੀ। ਕਈ ਵਾਰ ਉਹਨੂੰ ਮਹਿਸੂਸ ਹੋਇਆ ਸੀ ਮੱਕੜੀ ਵਾਂਗ ਐਵੇਂ ਆਪਣੇ ਬੁਣੇ ਜਾਲ 'ਚ ਫਸ ਗਿਆ। ਆਪਣੇ ਦੇਸ਼ 'ਚ ਉਹਨੂੰ ਕੋਈ ਖਤਰਾ ਨਹੀਂ ਸੀ। ਇਸ ਸੁਖਦ ਵਿਚਾਰ ਨਾਲ ਉਹਨੂੰ ਕੋਈ ਖਤਰਾ ਨਹੀਂ ਸੀ। ਨਵੇਂ ਦੇਸ਼ ਦੇ ਨਾਅਰੇ ਉਹਦੇ ਕੰਨਾਂ 'ਚ ਗੂੰਜਣ ਲੱਗੇ। ਗੱਡੀਆਂ ਬੱਸਾਂ 'ਚ ਤੁੰਨੀਆਂ ਭੀੜਾਂ ਆਪਣੇ ਦੇਸ਼ ਨੂੰ ਦੌੜਨ ਲੱਗੀਆਂ। ਪਵਨ ਕਿੱਧਰ ਜਾ ਰਿਹਾ? ਬੀਵੀ ਬੱਚੇ ਸਮਾਨ ਕਿਹੜੀ ਭੀੜ 'ਚ ਰੁਲ ਗਏ? ਖਾਲੀ ਹੱਥ ਲਟਕਾਈ ਉਹ ਚੀਕ ਰਿਹਾ।
ਨਹੀਂ ਨਹੀਂ, ਕੁਝ ਵੀ ਨਹੀਂ ਗਵਾਚਾ। ਉਹਦੀ ਬੀਵੀ ਉਹਦੇ ਕੋਲ ਸੁੱਤੀ ਪਈ ਹੈ, ਬੱਚੇ ਉਹਨੂੰ ਜੱਫੀ ਪਾਈ ਪਏ ਹਨ, ਸਾਰਾ ਸਮਾਨ ਆਪਣੀ ਥਾਂ ਸਿਰ ਹੈ। ਸ਼ੁਕਰ ਹੈ ਇਹ ਵੀ ਇੱਕ ਸੁਪਨਾ ਹੀ ਸੀ। ਅੱਖਾਂ ਫਾੜ ਫਾੜ ਉਹਨੇ ਵਿਹੜੇ ਵੱਲ ਤੱਕਿਆ। ਘੁੱਪ ਹਨੇਰਾ ਸੀ, ਸ਼ਾਂ ਵਗਦੀ ਹਵਾ ਸੀ ਜਾਂ ਉਹਨਾਂ 'ਚ ਘਿਰਿਆ ਪਵਨ। ਚੰਗਾ ਹੋਵੇ ਜੇ ਇੱਕ ਪਾਸਾ ਹੋ ਜਾਏ, ਹਰ ਰੋਜ਼ ਦੀ ਖਚ ਮੁੱਕੇ। ਕਿੰਨੇ ਸਾਲ ਤਾਂ ਹੋ ਗਏ ਸਿਰ ਤੇ ਤਲਵਾਰ ਲਟਕਦਿਆਂ। ਨਵੇਂ ਜਾਂ ਪੁਰਾਣੇ ਕਿਸੇ ਦੇਸ਼ 'ਚ ਤਾਂ ਉਹਨੂੰ ਥਾਂ ਮਿਲੇਗੀ। 2-4 ਸਾਲ ਧੱਕੇ ਖਾ ਕੇ ਆਪੇ ਘਰ-ਬਾਰ ਬਣ ਜੂ। ਘੱਟੋ ਘੱਟ ਨੌਕਰੀ ਤਾਂ ਨਹੀਂ ਜਾਊ। ਅੱਜ ਦੀਆਂ ਹਾਲਾਤਾਂ ਵਿੱਚ ਤਾਂ ਧੋਬੀ ਦੇ ਕੁੱਤੇ ਵਾਂਗ ਨਾ ਉਹ ਘਰ ਦੇ ਹਨ ਨਾ ਘਾਟ ਦੇ। ਇੱਕ ਪਾਸਾ ਹੋਣ ਲੱਗਿਆਂ ਵੀ ਹਾਲੇ ਵਰੇ ਲੱਗ ਜਾਣੇ ਆ। ਉਦੋਂ ਤੱਕ ਤਾਂ ਪਵਨ 1000 ਵਾਰ ਮਰ ਚੁੱਕਾ ਹੋਏਗਾ। ਇੱਕ ਵਾਰ ਉਹ ਚੱਲ ਵਸਿਆ, ਪਿੱਛੋਂ ਭਾਵੇਂ ਨਵਾਂ ਦੇਸ਼ ਉਸਰੇ, ਭਾਵੇਂ ਪੁਰਾਣੇ ਸਾਂਝੇ ਸੱਭਿਆਚਾਰ ਦੀ ਸੁਰਤ ਆਵੇ, ਉਹਨੂੰ ਕੀ। ਸਾਂਝਾਂ ਨੂੰ ਤਾਂ ਹਾਲੇ ਵੀ ਕੁਝ ਨਹੀਂ ਹੋਇਆ। 30 ਵਰੇ ਪਹਿਲਾਂ ਲਸੂੜੇ ਦੇ ਟਾਹਣੇ ਤੇ ਬੈਠ ਕੇ ਇੱਕ ਦੂਜੇ ਦੀਆਂ ਜੂਠੀਆਂ ਲਸੂੜੀਆਂ ਖਾਣ ਵਾਲੇ ਚੂੜਿਆਂ ਦੇ ਪਾਲੇ, ਥਾਣੇਦਾਰ ਦੇ ਬਲਦੇਵ, ਮਿਸਤਰੀਆਂ ਦੇ ਜੀਤੇ ਜਾਂ ਪਟਵਾਰੀਆਂ ਦੇ ਗੁਰਜੀਤ ਕਿਸੇ ਨੂੰ ਵੀ ਸੁਨੇਹਾ ਘੱਲੇ ਦੁਨਾਲੀਆਂ ਲੈ ਕੇ ਆ ਖੜਾਉਣਗੇ। ਕਾਲਜ ਦੇ ਦਿਨਾਂ 'ਚ ਇਕੱਠੇ ਹਾਕੀ ਖੇਡਣ ਵਾਲੇ ਸੌਦਾਗਰ ਸੁਰਿੰਦਰ ਜਾਂ ਸਰਬਜੀਤ ਲਈ ਪਵਨ ਦਾ ਖੂਨ ਵੀ ਵਹਿ ਜਾਏ ਤਾਂ ਕੀ ਫਰਕ ਪੈਂਦਾ ਹੈ। ਇਹੋ ਜਿਹੇ ਪਿਆਰੇ ਮਿੱਤਰਾਂ ਨੂੰ ਕਿਵੇਂ ਆਪਣੇ ਖੂਨ ਦੇ ਪਿਆਸੇ ਮੰਨ ਲਏ। ਉਹ ਐਵੇਂ ਡਰਿਆ ਬੈਠਾ। ਕਾਲੀ ਹਨੇਰੀ ਤਾਂ ਕਦੋਂ ਦੀ ਲੰਘ ਗਈ। ਦਲੀਲਾਂ ਪੇਸ਼ ਕਰਦੇ ਪਵਨ ਦੀ ਦਹਾੜ ਮੁੜ ਸਾਰੀ ਕਚਹਿਰੀ 'ਚ ਗੂੰਜਣ ਲੱਗੀ ਹੈ। ਭੁਲਾ ਗਿਆ ਉਹਨੂੰ ਕਿ ਬਹਿਸ ਕਰਦਿਆਂ ਮੁਜਰਮ ਦੇ ਹੁਲੀਏ ਜਾਂ ਉਹਨਾਂ ਦੇ ਲੱਗੀਆਂ ਦਫਾਵਾਂ ਦਾ ਖਿਆਲ ਰੱਖਣਾ ਚਾਹੀਦਾ ਹੈ। ਮੁੜ ਚਮਾਰਾਂ ਵਿਹੜੇ ਗੋਲੀਆਂ ਚਲਾ ਕੇ ਫਤੂਰ ਪਾਉਣ ਵਾਲੇ ਸਰਦਾਰਾਂ, ਮਜ਼ਦੂਰਾਂ ਨੂੰ ਕਾਰਾਂ ਥੱਲੇ ਦੇ ਕੇ ਮਾਰਨ ਵਾਲੇ ਚੌਧਰੀਆਂ ਜਾਂ ਘਿਓ 'ਚ ਗਊ ਦੀ ਚਰਬੀ ਮਿਲਾ ਕੇ ਵੇਚਣ ਵਾਲੇ ਲਾਲਿਆਂ 'ਚ ਉਹਨੂੰ ਫਰਕ ਦਿਖਾਈ ਦੇਣੋਂ ਹਟ ਗਿਆ। ਨੀਰਜ ਦੀ ਭਿਆਨਕ ਚੀਖ ਨੇ ਪਵਨ ਦਾ ਸੁਖਾਂਤ ਸੁਪਨਾ ਖੇਰੂ ਕਰ ਦਿੱਤਾ। ਨੀਰਜ ਨੇ ਵੀ ਸੁਪਨਾ ਦੇਖਿਆ ਹੋਣਾ, ਸ਼ਾਇਦ ਪਵਨ ਦੇ ਵੱਜਦੀ ਗੋਲੀ ਦਾ। ਗੁਰਦੁਆਰਿਆਂ ਤੇ ਮੰਦਰਾਂ ਦੇ ਲਾਊਡ ਸਪੀਕਰ ਇੱਕਦਮ ਵੱਜਣ ਲੱਗੇ। ਸਦੀਆਂ ਤੋਂ ਗਈ ਬਿਜਲੀ ਦਾ ਕਰੰਟ ਜਿਵੇਂ ਇੱਕਦਮ ਪਰਤ ਆਇਆ ਹੋਵੇ। ਰਾਤ ਦਾ ਸਨਾਟਾ ਬੀਤ ਚੁੱਕਾ ਸੀ। ਇਹ ਸੁਹਾਣਾ ਸਰਗੀ ਵੇਲਾ ਸੀ। ਇਸ ਸ਼ੁਭ ਸਮੇਂ ਇੱਕ ਸੁਪਨਾ ਉਹਨੇ ਤੱਕਿਆ। ਇੱਕ ਨੰਨੀ ਨੀਰਜ ਨੇ। ਮਾਂ ਆਖਦੀ ਹੁੰਦੀ ਸੀ ਸਰਗੀ ਵੇਲੇ ਦਾ ਸੁਪਨਾ ਕਦੇ ਝੂਠਾ ਨਹੀਂ ਜਾਂਦਾ। ਭੱਠ 'ਚ ਪੈਣ ਇਹ ਸੁਪਨੇ, ਜੇ ਸੱਚੇ ਵੀ ਹੋਣ ਲੱਗੇ ਤਾਂ ਵੀ ਪਹਿਲਾਂ ਵਾਰੀ ਨੀਰਜ ਦੇ ਸੁਪਨੇ ਦੀ ਆਏਗੀ। ਜਦੋਂ ਪਵਨ ਦਾ ਸੁਪਨਾ ਸੱਚਾ ਹੋਣ ਲੱਗੇਗਾ ਉਦੋਂ ਤਾਂ ਉਹਨੂੰ ਮਰਿਆਂ ਵਰੇ ਬੀਤ ਗਏ ਹੋਣਗੇ। ਕੱਲੇ ਪਵਨ ਦੇ ਮਰਿਆਂ ਕਹਾਣੀ ਖਤਮ ਹੋ ਜਾਏ ਤਾਂ ਵੀ ਕੋਈ ਨਹੀਂ, ਇਸ ਖੂਨੀ ਸਾਕੇ ਨੇ ਤਾਂ ਪਤਾ ਨਹੀਂ ਕਿੰਨੇ ਵਰੇ ਹੋਰ ਚੱਲਣਾ ਹੈ। ਫਿਰ ਉਹਦੇ ਪੁੱਤਰ ਸ਼ਾਲੂ ਦੀ ਵਾਰੀ ਆਏਗੀ। ਕਦੇ ਸੁਰਜੀਤ, ਗੁਰਜੀਤ, ਸੁਰਿੰਦਰ ਪੁਲਿਸ ਮੁਕਾਬਲੇ 'ਚ ਮਰਨਗੇ। ਫਿਰ ਉਹਨਾਂ ਦੇ ਲਾਡਲੇ ਗੁਰਜੋਰ, ਬਹਾਦਰ ਤੇ ਮੀਤਪਾਲ ਤੇ ਹੋਰ। ਅੱਗੇ ਸੋਚਣ ਤੋਂ ਪਹਿਲਾਂ ਉਹਦੀ ਭੁੱਬ ਨਿਕਲ ਗਈ। 2 ਕੋਸੇ ਹੰਝੂ ਅੱਖਾਂ 'ਚੋਂ ਟਪਕੇ ਗੱਲਾਂ ਤੇ ਵਹਿ ਤੁਰੇ। ਨੀਰਜ ਦੇ ਸੁਪਨੇ ਫੁੱਲ ਚੜਾਉਂਦਾ ਪਵਨ ਜੋ ਮਰਦਾ ਤਾਂ ਮਰ ਜਾਏ। ਚੰਗਾ ਹੋਵੇ ਜੇ ਲੱਖਾਂ ਹੋਰ ਘਰ ਉਜੜਨ ਤੋਂ ਪਹਿਲਾਂ ਉਹਦਾ ਸੁਪਨਾ ਵੀ ਸੱਚਾ ਹੋ ਜਾਏ। ਕੁਝ ਰਾਹਤ ਮਹਿਸੂਸ ਕਰਕੇ ਅੱਖਾਂ ਮੀਚਦਾ ਪਵਨ ਟੁੱਟੇ ਸੁਪਨੇ ਦੀਆਂ ਤੰਦਾਂ ਜੋੜਨ ਦੇ ਯਤਨ ਕਰਨ ਲੱਗਾ।